ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਧੰਨ ਧੰਨ ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਮਿਹਰਬਾਨ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣਿਆਂ ਪਿਆਰਿਆਂ ਦੀ ਇੱਜ਼ਤ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਡੀ ਨਵਾਜੀ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਲੜੀਵਾਰ ਕਥਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸੋਢੀਆਂ ਦੇ ਕੁੱਲ ਦੇ ਭੂਖਣ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਾਂ ਸਰਵਣ ਕਰ ਰਹੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ ਸੁਭਾਏਮਾਨ ਹਨ ਨਦੌਣ ਦਾ ਜੰਗ ਕਰਕੇ ਅਲਫ ਖਾਨ ਤੁਰਕ ਨੂੰ ਸੱਚੇ ਪਾਤਸ਼ਾਹ ਜੀ ਨੇ ਭਜਾਇਆ ਸੀ।
ਸੱਚੇ ਪਾਤਸ਼ਾਹ ਤੇ ਅਨੰਦਪੁਰ ਸਾਹਿਬ ਆ ਕੇ ਸੱਜ ਗਏ ਹਨ। ਗੁਰੂ ਘਰ ਦਾ ਤੇ ਵੱਡਾ ਪ੍ਰਤਾਪ ਤੁਸੀਂ ਸੁਣਿਆ। ਉਸੇ ਸਮੇਂ ਦੌਰਾਨ ਇੱਕ ਪਠਾਨ ਤੁਰਕ ਜਿਹਦਾ ਨਾਮ ਸੀ ਦਿਲਾਵਰ ਖਾਨ, 5000 ਫੌਜ ਦਾ ਉਹ ਮਾਲਕ ਸੀ। ਉਹਨੇ ਜਦੋਂ ਮਹਾਰਾਜ ਦਾ ਜਸ ਸੁਣਿਆ ਤੇ ਉਹਦੇ ਕੋਲੋਂ ਸਹਿਣ ਨਾ ਹੋਇਆ ਜੀ, ਤੇ ਐਵੇਂ ਹੀ ਬਿਨਾਂ ਕਿਸੇ ਕਾਰਨ ਤੋਂ ਆਪਣੇ ਪੁੱਤਰ ਨੂੰ ਭੇਜ ਦਿੱਤਾ ਵੀ ਤੂੰ ਜਾ ਤੇ ਗੁਰੂ ਜੀ ਉੱਤੇ ਹਮਲਾ ਕਰ ਤੇ ਉੱਥੋਂ ਮਾਮਲਾ ਲੈ ਕੇ ਆ। ਸੰਗਤ ਜੀ, ਐਵੇਂ ਬਿਨਾਂ ਕਿਸੇ ਕਾਰਨ ਤੋਂ ਕਿਸੇ ਦੇ ਨਾਲ ਜੰਗ ਕਰਨੀ, ਲੜਾਈ ਕਰਨੀ, ਇਹਨੂੰ ਸਿਆਣੇ ਪਤਾ ਕੀ ਕਹਿੰਦੇ ਆ? ਮੁਆਫ ਕਰਿਓ, ਗੱਲ ਕਹਿਣੀ ਪੈ ਰਹੀ ਹੈ, ਆਵਾਜ਼ ਘਟਾ ਥੋੜੀ। ਇਹਨੂੰ ਸਿਆਣੇ ਕਹਿੰਦੇ ਆ ਕੁੱਤਾ ਬਿਰਤੀ। ਆਖੋ ਵਾਹਿਗੁਰੂ ਵਾਹਿਗੁਰੂ। ਕਾਰਨ, ਤੁਸੀਂ ਕਈ ਵਾਰੀ ਆਪਣੀ ਗੱਡੀ ਦੇ ਵਿੱਚ ਜਦੋਂ ਜਾਂਦੇ ਹੋ ਤੇ ਤੁਸੀਂ ਵੇਖਿਓ ਵੀ ਕੁੱਤੇ ਅੱਗੇ ਖਲੋਤੇ ਹੁੰਦੇ ਆ, ਤੁਸੀਂ ਆਪਣੇ ਆਰਾਮ ਨਾਲ ਜਾ ਰਹੇ ਹੁੰਦੇ ਜੇ, ਪਰ ਉਹ ਜਿਹੜੇ ਕੁੱਤੇ ਆ ਉਹ ਐਵੇਂ ਹੀ ਵੇਖ ਕੇ ਭੌਂਕਣ ਲੱਗ ਪੈਂਦੇ ਤੇ ਮਗਰ ਪੈ ਜਾਂਦੇ ਜੀ। ਇੱਕ ਬਿਰਤੀ ਹੈ, ਇੱਕ ਸੁਭਾਅ ਹੈ। ਤੁਸੀਂ ਉਹਨਾਂ ਨੂੰ ਕੁਝ ਵੀ ਨਾ ਕਹੋ, ਪਰ ਉਹ ਆਪਣਾ ਕੰਮ ਕਰ ਜਾਂਦੇ ਨੇ। ਇਸੇ ਤਰ੍ਹਾਂ ਦਿਲਾਵਰ ਖਾਨ ਨੇ ਆਪਣੇ ਪੁੱਤਰ ਨੂੰ ਭੇਜਿਆ। ਰਾਤ ਦੇ ਸਮੇਂ ਉਹਨੇ ਹਮਲਾ ਕਰਨ ਦਾ ਫੁਰਨਾ ਬਣਾਇਆ। ਦਰਿਆ ਪਾਰ ਸੀਗਾ, ਅਜੇ ਪਹੁੰਚਿਆ ਨਹੀਂ ਸੀ ਅਨੰਦਪੁਰ ਸਾਹਿਬ, ਦਰਿਆ ਪਾਰ ਕਰਨਾ ਸੀ। ਇੱਕ ਗੁਰੂ ਕੇ ਪਿਆਰੇ ਸਿੱਖ ਨੇ ਮਹਾਰਾਜ ਦੇ ਗੜਵਈ ਭਾਈ ਆਲਮ ਜੀ ਨੂੰ ਦੱਸਿਆ। ਭਾਈ ਆਲਮ ਜੀ ਨੇ ਕਿਵੇਂ ਮਹਾਰਾਜ ਨੂੰ ਜਾ ਕੇ ਉਠਾਇਆ ਜੀ, ਕਿਵੇਂ ਸਤਿਗੁਰਾਂ ਨੂੰ ਬੇਨਤੀ ਕੀਤੀ, ਤੁਸੀਂ ਕੱਲ੍ਹ ਦੇ ਪ੍ਰਸੰਗਾਂ ਵਿੱਚ ਸਰਵਣ ਕੀਤਾ। ਗੁਰਸਿੱਖ ਕਾਰਜ ਵੀ ਆਪਣਾ ਕਰਦਾ, ਪਰ ਆਪਣੇ ਕਾਰਜ ਦੇ ਕਰਨ ਦੇ ਨਾਲ ਨਾਲ ਆਪਣੇ ਸਤਿਗੁਰੂ ਜੀ ਦਾ ਸਤਿਕਾਰ ਵੀ ਪੂਰਾ ਰੱਖਦਾ ਹੈ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਇਸ ਗੱਲ ਦਾ ਧਿਆਨ ਰੱਖਣਾ ਵੀ ਕਾਰਜ ਵੀ ਆਪਣਾ ਕਰਨਾ ਹੈ, ਪਰ ਨਾਲ ਨਾਲ ਸਤਿਗੁਰਾਂ ਦੇ ਸਤਿਕਾਰ ਦਾ ਵੀ ਧਿਆਨ ਰੱਖਣਾ। ਭਾਈ ਆਲਮ ਜੀ ਨੇ ਮਹਾਰਾਜ ਨੂੰ ਉਠਾਇਆ ਵੀ, ਪਰ ਉਠਾਇਆ ਬੜੀ ਜੁਗਤ ਨਾਲ, ਬੜੇ ਤਰੀਕੇ ਨਾਲ। ਮਹਾਰਾਜ ਗਰੀਬ ਨਵਾਜ਼ ਜਾਗੇ ਤੇ ਗੁਰੂ ਸਾਹਿਬ ਨੇ ਆਪਣੇ ਸਿੱਖ ਭੇਜੇ ਆ। ਉਸੇ ਵੇਲੇ ਨਗਾਰਾ ਵੱਜ ਗਿਆ। ਗੁਰੂ ਕੇ ਸਿੱਖ ਬਾਹਰ ਜਾ ਕੇ ਖਲੋ ਗਏ ਅਨੰਦਪੁਰ ਦੇ ਬਾਹਰ। ਆਉਣ ਆ ਕੇ ਇਹ ਹਮਲਾ ਕਰਨ ਤੇ ਮੂੰਹ ਤੋੜਵਾਂ ਜਵਾਬ ਦੇਵਾਂਗੇ। ਉਧਰ ਅੱਧੀ ਰਾਤ ਦਾ ਸਮਾਂ, ਫੌਜਾਂ ਨੇ ਦਰਿਆ ਪਾਰ ਕਰਨਾ ਸੀ। ਯੋਧਿਆਂ ਨੇ ਕਿਹਾ ਵੀ ਪਾਲਾ ਬੜਾ ਪੈ ਰਿਹਾ, ਠੰਡ ਬੜੀ ਹੈ, ਦੰਦ ਨਾਲ ਦੰਦ ਵੱਜ ਰਹੇ ਹੈ, ਸਰੀਰ ਇਕੱਠਾ ਹੋ ਗਿਆ। ਉਧਰ ਜਕਾਰੇ ਲੱਗ ਰਹੇ ਆ, ਉਹ ਹਰਕਤ 'ਚ ਆ ਗਏ ਆ। ਅਸੀਂ ਗਏ, ਸਾਡੇ ਕੋਲ ਸ਼ਸਤਰ ਨਹੀਂ ਚੱਲਣੇ। ਸਮਾਂ ਵਿਚਾਰ ਕੇ ਦਿਲਾਵਰ ਖਾਨ ਦਾ ਪੁੱਤ ਸਾਧ ਸੰਗਤ ਜੀ ਵਾਪਸ ਆ ਗਿਆ ਜੀ। ਰਸਤੇ ਵਿੱਚ ਇੱਕ ਦੋ ਪਿੰਡਾਂ ਦੇ ਵਿੱਚ ਸਾਧ ਸੰਗਤ ਜੀ ਉਹਨੇ ਐਵੇਂ ਬਿਨਾਂ ਕਿਸੇ ਕਾਰਨ ਤੋਂ ਹਮਲਾ ਕਰਕੇ ਉਹਨਾਂ 2-3 ਪਿੰਡਾਂ ਨੂੰ ਲੁੱਟਿਆ ਸੀ, ਜਿਨ੍ਹਾਂ ਵਿੱਚੋਂ ਇੱਕ ਪਿੰਡ ਦਾ ਨਾਮ ਸੀ ਭਲਾਨ। ਭਲਾਨ ਪਿੰਡ ਨੂੰ ਲੁੱਟ ਕੇ ਫਿਰ ਰਸਤੇ ਵਿੱਚ ਸਾਧ ਸੰਗਤ ਬਰਵਾ ਨਾਮ ਦਾ ਪਿੰਡ ਆਇਆ ਜੀ, ਉਹਨੂੰ ਵੀ ਲੁੱਟਿਆ। ਸੋ ਇਸ ਤਰੀਕੇ ਨਾਲ ਮਾਰ ਧਾੜ ਕਰਦਾ ਉਹ ਆਪਣੇ ਪਿਤਾ ਦਿਲਾਵਰ ਖਾਨ ਦੇ ਕੋਲ ਵਾਪਸ ਪਹੁੰਚ ਗਿਆ ਜੀ। ਸਤਿਗੁਰੂ ਜੀ ਦਾ ਵੱਡਾ ਪ੍ਰਤਾਪ ਹੈ। ਮਹਾਰਾਜ ਦੇ ਪ੍ਰਤਾਪ ਸਾਹਮਣੇ ਕਿਹੜਾ ਅੜ ਸਕਦਾ ਸੀ, ਕਿਹੜਾ ਖੜ ਸਕਦਾ। ਪਰ ਇਹ ਵੀ ਖੇਡ ਹੈ, ਇੱਕ ਸੰਸਾਰ ਦੀ ਖੇਡ ਹੈ। ਕਿਉਂਕਿ ਮੈਨੂੰ ਵੀ ਪਤਾ, ਤੁਹਾਨੂੰ ਨਾਮ ਦੀ ਕਥਾ ਸੁਣ ਕੇ ਜ਼ਿਆਦਾ ਆਨੰਦ ਆਉਂਦਾ ਹੈ, ਰਸ ਆਉਂਦਾ ਹੈ। ਸ਼ਰਧਾ ਪਿਆਰ ਵਾਲੀ ਕਥਾ ਸੁਣ ਕੇ ਸਾਨੂੰ ਜ਼ਿਆਦਾ ਆਨੰਦ ਅਤੇ ਰਸ ਆਉਂਦਾ ਹੈ। ਪਰ ਸਾਧ ਸੰਗਤ ਜੀ, ਇਹ ਵੀ ਕਥਾ ਜਿਹੜੀ ਹੈ ਇਹ ਵੀ ਜ਼ਰੂਰੀ ਹੈ। ਇਸ ਕਰਕੇ ਇਹ ਪ੍ਰਸੰਗ ਜਿਹੜੇ ਹੈ 2-4 ਦਿਨ ਦੇ ਪ੍ਰਸੰਗ ਨੇ, ਉਹ ਆਪ ਜੀ ਹੁਣ ਪਿਆਰ ਨਾਲ ਸੁਣੋ। ਧਰੋ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ। ਗੱਜ ਕੇ ਆਖੋ ਸਤਿਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਭ ਆਖੋ ਜੀ ਸਤਨਾਮ। ਸਭਾ ਮਜਾਰ। ਸਭਾ ਮਝਾਰ ਖਾਨ ਕੀ, ਜਬੈ ਨਾ ਬੈਨ ਪਰਾਹੇ ਕੋ। ਸਾਧ ਸੰਗਤ ਜੀ ਇਹ ਨਾਰਾਜ਼ ਛੰਦ ਹੈ। ਸਭਾ ਮਝਾਰ ਖਾਨ ਕੀ, ਜਬੈ ਨਾ ਬੈਨ ਪਰਾਹੇ ਕੋ। ਜਦੋਂ ਦਿਲਾਵਰ ਖਾਨ ਦਾ ਪੁੱਤ ਆਪਣੇ ਬਾਪ ਦੀ ਸਭਾ ਵਿੱਚ ਗਿਆ ਤੇ ਉੱਥੇ ਨਾ ਬੈਨ ਪਰਾਹੇ ਕੋ, ਉੱਥੇ ਜਾ ਕੇ ਕੋਈ ਵੀ ਗੱਲ ਬੋਲਿਆ ਨਹੀਂ, ਕਿਉਂਕਿ ਭੱਜ ਕੇ ਵਾਪਸ ਆ ਗਿਆ ਸੀ। ਜਿਸ ਕੰਮ ਲਈ ਗਿਆ ਸੀ ਉਹ ਕੰਮ ਮੇਰੇ ਕੋ ਹੋਇਆ ਨਾ। ਗੁਲਾਮ ਧਾਮ ਤੌਨ ਕੋ, ਹੁਸੈਨ ਨਾਮ ਤਾਹੇ ਕੋ। ਉੱਥੇ ਫਿਰ ਸਭਾ ਵਿੱਚ ਪਤਾ ਲੱਗ ਗਿਆ ਵੀ ਦਿਲਾਵਰ ਖਾਨ ਦੇ ਪੁੱਤਰ ਕੋਲੋਂ ਗੱਲ ਨਹੀਂ ਬਣੀ। ਇਹ ਹਾਰ ਕੇ ਵਾਪਸ ਆਇਆ, ਇਹ ਹਮਲਾ ਨਹੀਂ ਕਰ ਸਕਿਆ। ਉੱਥੇ ਉਹਦੀ ਸਭਾ ਵਿੱਚ ਹੀ ਇੱਕ ਉਹਦਾ ਨੌਕਰ ਬੈਠਾ ਹੈ ਜੀ, ਗੁਲਾਮ ਬੈਠਾ ਸੀ ਦਿਲਾਵਰ ਖਾਨ ਦਾ, ਜਿਹਦਾ ਨਾਮ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ। ਉਹਦਾ ਨਾਮ ਸੀ ਹੁਸੈਨ ਖਾਂ। ਦਿਲਾਵਰੰ ਪਠਾਨ ਪਾਸ, ਔਜ ਆਪ ਤੋਲਿਓ। ਉਹਨੇ ਵੇਖਿਆ ਵੀ ਖਾਨ ਬਹਾਦਰ ਦਾ ਪੁੱਤ ਖਾਲੀ ਹੱਥ ਵਾਪਸ ਆ ਗਿਆ। ਹੁਸੈਨ ਖਾਨ ਭਰੀ ਹੋਈ ਸਭਾ ਵਿੱਚ ਦਿਲਾਵਰ ਖਾਨ ਨੂੰ ਇੰਜ ਬੋਲ ਕੇ ਕਹਿਣ ਲੱਗਾ, ਹੰਕਾਰ ਧਾਰ ਭੂਰ ਕੋ, ਗਰੂਰ ਸੰਗ ਬੋਲਿਓ। ਬੜੇ ਹੰਕਾਰ ਨੂੰ ਧਾਰਨ ਕਰਕੇ ਬੜੇ ਗਰੂਰ ਦੇ ਨਾਲ ਭਰੀ ਹੋਈ ਸਭਾ ਵਿੱਚ ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪੈ ਪੁਰੇ ਆਨੰਦ ਜਾਏ ਹੋ। ਕਹਿੰਦਾ ਗੁਰੂ ਗੋਬਿੰਦ ਸਿੰਘ ਪੈ ਪੂਰੇ ਆਨੰਦ ਜਾਏ ਹੋ। ਕਹਿੰਦਾ ਖਾਨ ਬਹਾਦਰ ਮੈਨੂੰ ਮੁਹਿੰਮ ਦੇ ਕੇ ਤੋਰੋ, ਮੈਂ ਆਨੰਦਪੁਰ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗਾ। ਬਰੋਂ ਸੋ ਦੂਣ ਤਾਹੇ ਮਾਰ, ਦੂਨ ਦਰਬ ਲਿਆਏ ਹੋ। ਕਹਿਣ ਲੱਗਾ ਉਸ ਨਗਰੀ ਵਿੱਚ ਜਾਵਾਂਗਾ, ਦੂਣਾ ਮਾਰ ਕੇ ਦੂਣਾ ਧਨ ਲਵਾਂਗਾ। ਆਖੋ ਸੀ। ਪਰ ਸਾਧ ਸੰਗਤ ਜੀ ਇਹ ਗੱਲਾਂ ਸਭਾ ਵਿੱਚ ਬਹਿ ਕੇ ਕਰਨੀਆਂ ਸੌਖੀਆਂ ਨੇ, ਪਤਾ ਤੇ ਉਦੋਂ ਲੱਗਣਾ ਜਦੋਂ ਆਨੰਦਪੁਰ ਸਾਹਿਬ ਜਾਣਾ ਹੈ। ਆਪਣੇ ਘਰ ਤੇ ਕਹਿੰਦੇ ਕੁੱਤਾ ਵੀ ਸ਼ੇਰ ਹੁੰਦਾ। ਸੋ ਇਹ ਕਹਿੰਦਾ ਮੈਨੂੰ ਭੇਜੋ, ਮੈਂ ਦੂਣਾ ਧਨ ਆਨੰਦਪੁਰ ਤੋਂ ਲੈ ਕੇ ਆਵਾਂਗਾ। ਕਰੋ ਸੋ ਜੀਤ ਜੀਰ ਮੈਂ, ਬਿਲੰਦ ਦੰਡ ਦੇ ਹੈ। ਕਹਿਣ ਲੱਗਾ ਜਿੱਤ ਲਵਾਂਗਾ ਮੈਂ ਜਾ ਕੇ ਗੁਰੂ ਦੀਆਂ ਫੌਜਾਂ ਨੂੰ ਡੰਡ ਦਵਾਂਗਾ। ਨਹੀਂ ਤਾਂ ਲੋਹ ਕਰੋਹ ਕੋ, ਸੋ ਸੀਸ ਆਪ ਲੈ ਹੈ। ਮੈਨੂੰ ਭੇਜੋ, ਜਾਂ ਤਾਂ ਮੈਂ ਜਿੱਤ ਕੇ ਆਵਾਂਗਾ, ਨਹੀਂ ਤੇ ਲੋਹਾ ਆਪਣੇ ਸਿਰ ਤੇ ਖਾਵਾਂਗਾ, ਭਾਵ ਮਰਾਂਗਾ। ਸਾਧ ਸੰਗਤ ਜੀ ਇਹ ਵੀ ਯੋਧਾ ਹੈ ਨਾ, ਸ਼ਸਤਰਧਾਰੀ ਹੈ, ਇਸ ਕਰਕੇ ਖੂਨ ਗਰਮ ਹੈ ਤੇ ਗਰਮ ਖੂਨ ਵਾਲਾ ਬੰਦਾ ਬਹੁਤਾ ਸਿਆਣਾ ਨਹੀਂ ਹੁੰਦਾ ਜੀ। ਸਿਆਣਪ ਵੀ ਚਾਹੀਦੀ ਹੈ, ਜੋਸ਼ ਵੀ ਚਾਹੀਦਾ ਤੇ ਹੋਸ਼ ਵੀ ਚਾਹੀਦੀ ਹੈ। ਸੋ ਇਸ ਤਰ੍ਹਾਂ ਕਹਿੰਦਾ ਹੈ, ਸੋ ਦੇਹ ਮੋਹਿ ਆਗਿਆ, ਸਮੇਤ ਬ੍ਰਿੰਦ ਬਾਹਿਨੀ। ਕਹਿੰਦਾ ਦਿਲਾਵਰ ਖਾਨ ਬਹਾਦਰ ਕਹਿੰਦਾ ਫੌਜ ਮੈਨੂੰ ਦਵੋ ਤੇ ਫੌਜ ਦੇ ਕੇ ਮੈਨੂੰ ਨਾਲ ਆਗਿਆ ਦਵੋ। ਸਿਧਾਏ ਸ਼ੀਗਰ ਜੀਤ ਹੋ, ਫਰੰਕ ਬਾਹੇ ਦਾਹਣੀ। ਕਹਿੰਦਾ ਮੇਰੀਆਂ ਵੀ ਬਾਹਾਂ ਫੜਕਣ ਦਈਆਂ। ਕਹਿੰਦਾ ਮੇਰੀ ਸੱਜੀ ਬਾਂਹ ਬੜੀ ਫੜਕਦੀ ਹੈ, ਮੇਰਾ ਡੌਲਾ ਫੜਕਦਾ ਹੈ। ਕਹਿੰਦਾ ਮੈਂ ਜਾਵਾਂਗਾ, ਜਿੱਤ ਕੇ ਆਵਾਂਗਾ। ਦਿਲਾਵਰਾ ਪਠਾਨ, ਸਾਧ ਸਾਧ ਤਾਹੇ ਭਾਖਿਓ। ਉਹ ਦਿਲਾਵਰ ਖਾਨ ਭਰੀ ਸਭਾ ਚ ਉਹਨੂੰ ਸ਼ਾਬਾਸ਼ ਸ਼ਾਬਾਸ਼ ਕਹਿਣ ਲੱਗਾ। ਸ਼ਾਹੇ ਕੋ ਵਿਸ਼ਾਲ ਧਾਰ, ਜੰਗ ਕੋ ਬਿਲਾਖਿਓ। ਉਹ ਕਹਿਣ ਲੱਗਾ ਸ਼ਾਬਾਸ਼, ਤੇਰਾ ਉਤਸ਼ਾਹ ਵੇਖ ਕੇ ਤੈਨੂੰ ਸ਼ਾਬਾਸ਼ ਹੈ, ਤੂੰ ਜੰਗ ਕਰਨ ਦੀ ਇੱਛਾ ਕੀਤੀ ਹੈ। ਸਮੂਹ ਸੈਨ ਤਿਆਰ ਦਵੈ, ਹਜ਼ਾਰ ਸੰਗ ਦੀਨਿਆ। ਤੇ ਸਮੂਹ ਸੈਨ ਤਿਆਰ ਦਵੈ, ਹਜ਼ਾਰ ਸੰਗ ਦੀਨੀਆਂ। ਆਪਣੇ ਪੁੱਤ ਨੂੰ ਤੇ 1000 ਫੌਜ ਦਿੱਤੀ ਸੀ ਨਾ, ਤੇ
ਹੁਸੈਨ ਖਾਨ ਨੂੰ ਉਹਨੇ 2000 ਫੌਜ ਦਿੱਤੀ ਹੈ। ਬਰੂਦ ਬਰਿੰਦ ਗੋਰੀਆਂ ਖਤੰਗ ਚਾਂਪ ਚੀਨਿਆ। ਤੇ ਬੜੇ ਤਿੱਖੇ ਤੀਰ ਦਿੱਤੇ, ਗੋਲੀਆਂ ਦਿੱਤੀਆਂ ਵੀ ਜਾ ਕੇ ਆਨੰਦਪੁਰ ਨੂੰ ਫਤਿਹ ਕਰਕੇ ਆ। ਗਰੂਰ ਪੂਰ ਸੂਰਮਾਨ ਬੀਨ ਬੀਨ ਲੀਨਿਓ। ਉਹ ਫਿਰ ਬੜੇ ਗਰੂਰ ਵਿੱਚ ਸੀਗਾ ਜੀ, ਬੜੇ ਮਾਣ ਵਿੱਚ ਸੀ ਹੁਸੈਨ ਖਾਨ। ਉਹਨੇ ਫਿਰ ਚੁਣ ਕੇ ਬੰਦੇ ਲਏ ਜੀ, ਵੀ ਆਹ ਵੀ ਮੈਨੂੰ ਦੇ ਦਿਓ, ਆਹ ਵੀ ਮੈਨੂੰ ਦੇ ਦਿਓ। ਚੁਣ ਕੇ 2000 ਬੰਦਾ ਉਹਨੇ ਲਿਆ ਹੈ। ਤੁਰੰਗ ਜੀਨ ਤੰਗ ਐਂਚ ਐਂਚ ਤਿਆਰ ਕੀਨਿਓ। ਘੋੜੇ ਸੋਹਣੀਆਂ ਕਾਠੀਆਂ ਪਵਾ ਕੇ ਸਾਧ ਸੰਗਤ ਜੀ ਲਏ ਐ, ਤੇ ਕਾਠੀਆਂ ਪਾ ਕੇ ਤੰਗ ਖਿੱਚ ਕੇ ਘੋੜਿਆਂ ਦੇ ਨਾਲ ਬੰਨੇ ਹਨ, ਤੇ ਘੋੜਿਆਂ ਨੂੰ ਤਿਆਰ ਕੀਤਾ ਹੈ। ਆਰੂੜ ਹਵੈ ਬਜਾਏ ਦੁੰਦ ਭਾਨ ਬ੍ਰਿੰਦ ਚਾਲਿਓ। ਘੋੜਿਆਂ ਤੇ ਸਵਾਰ ਹੋ ਕੇ ਨਗਾਰਾ ਵਜਾ ਕੇ ਹੁਸੈਨ ਖਾਨ 2000 ਦੀ ਫੌਜ ਲੈ ਕੇ ਚੱਲ ਪਿਆ। ਉਰੇ ਆਨੰਦ ਸ੍ਰੀ ਗੁਰੂ ਆਨੰਦ ਮੈਂ ਵਿਸ਼ਾਲਿਓ। ਹਾਂ, ਆਖੋ ਸ੍ਰੀ ਵਾਹਿਗੁਰੂ। ਇਹ ਤੇ ਚਲੋ 2000 ਦੀ ਫੌਜ ਲੈ ਕੇ ਤੁਰ ਪਿਆ। ਹੁਣ ਗੁਰਸਿੱਖੋ ਆਪਣੇ ਸਤਿਗੁਰੂ ਦੀ ਕਥਾ ਸੁਣੋ। ਸਾਡੇ ਸਤਿਗੁਰੂ ਜੀ ਕੀ ਕਰ ਰਹੇ ਹਨ? ਕਹਿੰਦੇ ਪੁਰੇ ਆਨੰਦ ਸ੍ਰੀ ਗੁਰੂ ਆਨੰਦ ਮੈਂ ਵਿਸ਼ਾਲਿਓ। ਆਨੰਦਪੁਰ ਸਾਹਿਬ ਵਿੱਚ ਸ਼੍ਰੀ ਸ਼੍ਰੋਮਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਬੜੇ ਆਨੰਦ ਵਿੱਚ ਮਗਨ ਹਨ। ਜਬੈ ਪਠਾਨ ਪੂਤ ਸ਼੍ਰੂ ਸ਼ੋਰ ਕੋ ਮਹਾਨਿਓ। ਕਹਿਣ ਲੱਗੇ ਉਦ ਥੋੜੀ ਜੀ ਕਥਾ ਪਿੱਛੋਂ ਸ਼ੁਰੂ ਕਰਤੀ। ਫਿਰ ਕਹਿੰਦੇ ਜਦੋਂ ਦਿਲਾਵਰ ਖਾਨ ਦੇ ਪੁੱਤਰ ਨੇ ਗੁਰਸਿੱਖਾਂ ਦੇ ਜਕਾਰਿਆਂ ਦੀ ਆਵਾਜ਼ ਸੁਣੀ ਸੀ, ਅਧੀਰ ਹੋਏ ਭੀਰ ਪੇ ਭਲਾਨ ਕੋ ਪਲਾਨਿਓ। ਤੇ ਉਹ ਫਿਰ ਧੀਰਜ ਛੱਡ ਬੈਠਾ ਸੀ, ਹੌਸਲਾ ਛੱਡ ਬੈਠਾ ਸੀ, ਤੇ ਜੰਗ ਵਿੱਚ ਅੱਗੇ ਨਹੀਂ ਸੀ ਵਧਿਆ ਜੰਗ ਕਰਨ ਲਈ। ਤੇ ਭਲਾਨ ਪਿੰਡ ਨੂੰ ਜਦੋਂ ਡਰਦਾ ਮਾਰਾ ਭੱਜ ਗਿਆ ਸੀ। ਬਿਲੋਕ ਦੂਰ ਦੂਰ ਲੋ ਦੀਵਾਨ ਆਨੰਦ ਚੰਦ ਹੀ। ਤੇ ਮਹਾਰਾਜ ਦੇ ਦੀਵਾਨ ਭਾਈ ਨੰਦ ਚੰਦ ਜੀ ਨੇ ਦੂਰ ਤੱਕ ਸਾਧ ਸੰਗਤ ਜੀ ਇਹਨੂੰ ਵੇਖਿਆ, ਦੂਰ ਤੱਕ ਜੀ, ਬੜੀ ਦੂਰ ਤੱਕ ਜਾ ਕੇ ਦੇਖਿਆ ਵੀ ਕਿਤੇ ਲੱਭ ਜਾਵੇ, ਕਿਤੇ ਇਹ ਵਾਪਸ ਆ ਜਾਵੇ। ਤੇਰੇ ਲਰਨ ਹੇਤ ਸੋ ਲਏ ਚਮੂ ਬਿਲੰਦ ਹੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਥਿਰੇ ਲਿਰਨ ਹੇਤ ਸੋ ਲਏ ਚਮੂ ਬਿਲੰਦ ਹੀ। ਨੰਦ ਚੰਦ ਜੀ ਉੱਥੇ ਖਲੋਤੇ ਰਹੇ, ਉਡੀਕਦੇ ਰਹੇ ਐ ਵੀ ਆਵੇ, ਦਿਲਾਵਰ ਖਾਨ ਦਾ ਪੁੱਤਰ ਆਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਮੈਂ 2 ਹੱਥ ਕਰਾਂ। ਜੋਧਿਆਂ ਨੂੰ ਚਾਹ ਹੁੰਦਾ ਨਾ ਸਾਧ ਸੰਗਤ ਜੀ ਜੰਗ ਦਾ। ਹਾਂਜੀ, ਉਡੀਕ ਕੀਨ ਸ਼ਤਰੂ ਕੀ ਬਚਿੱਤਰ ਜੰਗ ਦੇਨ ਕੋ। ਉਹ ਤਾਂ ਉਡੀਕ ਰਹੇ ਸੀ ਵੀ ਕਿਹੜਾ ਵੇਲਾ ਹੋਵੇ, ਫੌਜਾਂ ਦਰਿਆ ਪਾਰ ਕਰਨ ਤੇ ਫਿਰ ਮੈਂ ਜੰਗ ਕਰਾਂ, ਮੈਂ ਇਹਨਾਂ ਸ਼ਤਰੂਆਂ ਦਾ ਨਾਸ ਕਰਾਂ। ਪਰਾ ਬਨਾਏ ਸੈਨ ਕੋ ਅਗਾਊ ਆਏ ਲੈਨ ਕੋ। ਉਹ ਤਾਂ ਪੂਰੀ ਫੌਜ ਦੀਆਂ ਕਤਾਰਾਂ ਬਣਾ ਕੇ ਨਾ ਖਲੋਤੇ ਹੋਏ ਸਨ ਸਾਧ ਸੰਗਤ ਜੀ, ਭਾਈ ਨੰਦ ਚੰਦ ਜੀ। ਹੁਣ ਉਹ ਤਾਂ ਤਿਆਰੀ ਵਿੱਚ ਸਨ। ਇਹ ਗੱਲ ਵੱਖਰੀ ਹੈ ਵੀ ਦਿਲਾਵਰ ਖਾਨ ਦਾ ਪੁੱਤਰ ਹੀ ਭੱਜ ਗਿਆ। ਸਾਧ ਸੰਗਤ ਜੀ ਉਹਦਾ ਪੁੱਤਰ ਹੀ ਨਹੀਂ ਆਇਆ। ਹਾਂਜੀ, ਸੁਨਿਓ ਜਬੈ ਭਲਾਏ ਗੋ ਵਿਜੈ ਲਈ ਮਹਾਨ ਕੋ। ਨੰਦ ਚੰਦ ਜੀ ਨੇ ਜਦੋਂ ਸੁਣਿਆ ਵੀ ਦਿਲਾਵਰ ਖਾਨ ਦਾ ਪੁੱਤਰ ਭੱਜ ਗਿਆ ਤੇ ਬਿਨਾਂ ਜੰਗ ਲੜਨ ਤੋਂ ਸਾਡੀ ਜਿੱਤ ਹੋ ਗਈ ਹੈ, ਆਨੰਦ ਹਵੈ ਸੋ ਜੀਤ ਕੋ ਬਜਾਏ ਕੈ ਨਿਸ਼ਾਨ ਕੋ। ਤੇ ਬਸ ਫਿਰ ਉਹਨਾਂ ਨਗਾਰਤੀ ਸਿੱਖ ਨੂੰ ਕਿਹਾ, ਕਹਿੰਦੇ ਵੀ ਹੁਣ ਤੂੰ ਜਿੱਤ ਦਾ ਨਗਾਰਾ ਵਜਾ ਦੇ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮਾਰੇ ਨਾਲੋਂ ਭਜਾਇਆ ਚੰਗਾ, ਮਾਰੇ ਨਾਲੋਂ ਭਜਾਇਆ ਚੰਗਾ। ਉਹ ਤੇ ਜਕਾਰਿਆਂ ਦੀ ਆਵਾਜ਼ ਸੁਣ ਕੇ ਭੱਜ ਗਿਆ ਜੀ। ਇਹ ਕਹਿਣ ਲੱਗੇ ਵੀ ਹੁਣ ਤੂੰ ਜਿੱਤ ਦਾ ਨਗਾਰਾ ਵਜਾ ਦੇ। ਤੁਫੰਗ ਬ੍ਰਿੰਦ ਸ਼ੋਰਿਆਂ ਆਵਾਜ਼ ਦੂਰ ਦੂਰ ਮੇ। ਜਿੱਤ ਦੀ ਖੁਸ਼ੀ ਵਿੱਚ ਫਿਰ ਗੋਲੀਆਂ ਚਲਾਈਆਂ ਜੀ। ਬੜਾ
ਬੰਦੂਕਾਂ ਦੀਆਂ ਗੋਲੀਆਂ ਛੱਡੀਆਂ। ਗਰੂਰ ਪੂਰ ਪੂਰ ਕੈ ਗਰੂਰ ਨੂਰ ਸੂਰ ਮੇ। ਕਹਿੰਦੇ ਗੁਰੂ ਕੇ ਸਿੱਖਾਂ ਨੂੰ ਬੜਾ ਚਾਅ ਵਧਿਆ ਇਸ ਗੱਲ ਦਾ ਵੀ ਇਹ ਤੇ ਡਰਾਕਲ ਹੀ ਨਿਕਲਿਆ, ਜਕਾਰਿਆਂ ਦੀ ਆਵਾਜ਼ ਸੁਣ ਕੇ ਹੀ ਭੱਜ ਗਿਆ। ਸਮਾਜ ਪੁੰਜ ਗਾਜ ਕੈ ਪੂਰੇ ਆਨੰਦ ਕੋ ਮੁਰੇ। ਸੋ ਗੱਜਦੇ ਹੋਏ ਘੋੜੇ, ਹਾਥੀ, ਫੌਜਾਂ ਲੈ ਕੇ ਸਾਧ ਸੰਗਤ ਜੀ ਇਹ ਸਭ ਸਿੱਖ ਵਾਪਸ ਆਨੰਦਪੁਰ ਸਾਹਿਬ ਨੂੰ ਮੁੜੇ ਹਨ। ਧਰੇ ਆਨੰਦ ਕੋ ਸਬੈ ਜੈਕਾਰ ਦੀ ਕੋ ਕਰੇ ਹੈ। ਜਕਾਰ ਦੀਹ ਕੋ ਕਰੈ। ਸਾਧ ਸੰਗਤ ਜੀ ਆਨੰਦ ਧਾਰ ਕੇ ਨਾ ਬੜੀ ਖੁਸ਼ੀ ਵਿੱਚ ਜਕਾਰੇ ਲਾਉਂਦੇ ਲਾਉਂਦੇ ਆਨੰਦਪੁਰ ਸਾਹਿਬ ਵਿੱਚ ਪ੍ਰਵੇਸ਼ ਹੋ ਰਹੇ ਹਨ। ਪਰਵੇਸ਼ ਹਵੈ ਅਸ਼ੇਸ਼ ਹੀ ਵਿਸ਼ੇਸ਼ ਜੀਤ ਪਾਏ ਕੈ। ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਪ੍ਰਵੇਸ਼ ਹੋਇਆ ਅਸ਼ੇਸ਼ ਹੀ ਵਿਸ਼ੇਸ਼ ਜੀਤ ਪਾਏ ਕੈ। ਉਹ ਕਹਿੰਦੇ ਇਸ ਵਾਰ ਤਾਂ ਆਪਣੀ ਵਿਸ਼ੇਸ਼ ਜਿੱਤ ਹੋ ਗਈ ਹੈ। ਇਸ ਵਾਰ ਆਪਣੀ ਵਿਸ਼ੇਸ਼ ਜਿੱਤ ਹੋਈ ਹੈ। ਕਿਉਂ? ਸਾਨੂੰ ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ, ਬਿਨਾਂ ਲੜਨ ਤੋਂ ਹੀ ਜਿੱਤ ਬਖਸ਼ ਦਿੱਤੀ। ਤੋ ਰੰਗ ਆਪ ਆਪਣੇ ਸੋ ਥਾਨ ਮੈਂ ਟਿਕਾਏ ਕੈ। ਸੋ ਆਪੋ ਆਪਣੇ ਥਾਵਾਂ ਉੱਤੇ ਉਹਨਾਂ ਨੇ ਘੋੜੇ ਜਿਹੜੇ ਹਨ ਉਹ ਟਿਕਾ ਦਿੱਤੇ। ਆ ਰਹੀ ਸੋ ਜਾਮ ਜਾਮਨੀ ਕਿਰਪਾ ਨਿਕੇਤ ਜਾਨ ਕੈ। ਜਦ ਪਹਿਰ ਰਾਤ ਰਹਿ ਗਈ ਨਾ, ਆਖੋ ਵਾਹਿਗੁਰੂ। ਵਾਹਿਗੁਰੂ। ਅੰਮ੍ਰਿਤ ਵੇਲਾ ਹੋ ਗਿਆ, ਕਿਉਂਕਿ ਇਹ ਸਾਰਾ ਕੁਝ ਰਾਤੋਂ ਰਾਤ ਹੋਇਆ। ਤੇ ਅੰਮ੍ਰਿਤ ਵੇਲਾ ਜਾਣ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਪਲੰਗੇ ਤੋਂ ਉੱਠ ਗਏ ਜੀ। ਹਾਂਜੀ। ਤਬੈ ਸੋ ਤਿਆਗ ਨੀਂਦ ਕੋ ਸ਼ਨਾਨ ਸੋਚ ਠਾਨ ਕੈ। ਗਰੀਬ ਨਵਾਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੌਚ ਇਸ਼ਨਾਨ ਕੀਤਾ। ਧਰੇ ਸਰੀਰ ਚੀਰ ਕੋ ਸੋ ਵੀਰ ਦੇ ਧੀਰ ਜੰਗ। ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਮਹਾਰਾਜ ਨੇ ਨਾ ਸੋਹਣੀ ਦਸਤਾਰ ਸਜਾਈ, ਸੋਹਣੇ ਬਸਤਰ ਸਜਾਏ। ਧੀਰਜਵਾਨ ਸਤਿਗੁਰੂ ਜੀ ਨੇ ਸਜਾਏ ਆਯੁ ਧਾਨ ਕੋ ਵਿਸ਼ਾਲ ਜਾਹੇ ਵੀਰ ਜੰਗ। ਤੇ ਭਾਈ ਸੰਤੋਖ ਸਿੰਘ ਲਿਖਦੇ ਕਹਿੰਦੇ ਸਜਾਏ ਆਯੁ ਧਾਨ ਕੋ ਵਿਸ਼ਾਲ ਜਾਹੇ ਵੀਰ ਜੰਗ। ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸੋਹਣੇ ਸ਼ਸਤਰ ਬਸਤਰ ਆਪਣੇ ਤਨ ਉੱਤੇ ਸਜਾ ਲਏ। ਪ੍ਰਤੀਖਤੰ ਨਿਜੰ ਦਲੰ ਬਲੰ ਬਿਲੰਦ ਜੰਗ ਕੋ। ਕਹਿੰਦੇ ਆਪਣੇ ਦਲ ਨੂੰ ਮਹਾਰਾਜ ਉਡੀਕ ਰਹੇ ਸੀ ਵੀ ਕੀ ਬਣਦਾ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਵੀ ਸਿੱਖ ਜੰਗ ਕਰਨ ਗਏ ਨੇ ਤੇ ਜੰਗ ਵਿੱਚੋਂ ਜਿੱਤ ਹੋਈ ਹੈ, ਦੁਸ਼ਟਾਂ ਦਾ ਨਾਸ ਹੋਇਆ। ਭਾਵੇਂ ਮਹਾਰਾਜ ਅੰਤਰਜਾਮੀ ਨੇ, ਪਰ ਫਿਰ ਵੀ ਮਹਾਰਾਜ ਉਡੀਕ ਰਹੇ ਹਨ। ਪ੍ਰਭਾਤ ਲੋ ਪ੍ਰਭੂ ਥਿਰੇ ਨ ਜਾਣ ਕੌਣ ਢੰਗ ਕੋ। ਤੇ ਪ੍ਰਭਾਤ ਕੋ ਕਹਿੰਦੇ ਪ੍ਰਭਾਤ ਚੜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਉਡੀਕ ਰਹੇ ਨੇ ਵੀ ਸਿੱਖ ਛੇਤੀ ਸਾਡੇ ਕੋਲ ਆਉਣ। ਆਰੂੜ ਮਾਰ ਤੰਡ ਤੇ ਪ੍ਰਚੰਡ ਸੂਰ ਆਏ ਕੈ। ਭਾਈ ਸੰਤੋਖ ਸਿੰਘ ਲਿਖਦੇ ਅਰੂੜ ਮਾਰ ਤੰਡ ਤੇ ਪ੍ਰਚੰਡ ਸੂਰ ਆਏ ਕੈ। ਸੂਰਜ ਚੜ ਗਿਆ, ਦਿਨ ਚੜ ਗਿਆ, ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ। ਸੁਣਾਏ ਜੰਗ ਬਾਰਤਾ ਉਡੀਕ ਸ਼ਸਤਰ ਕੀਨੇ। ਮਹਾਰਾਜ ਕਹਿੰਦੇ ਸੁਣਾਓ ਨੰਦ ਚੰਦ ਜੀ, ਦੱਸੋ ਕੀ ਬਣਿਆ ਸੀ ਰਾਤ ਜੰਗ ਵਿੱਚ। ਤੇ ਭਾਈ ਨੰਦ ਚੰਦ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਅਸੀਂ ਤੇ ਉਡੀਕਦੇ ਰਹੇ ਉਹਨਾਂ ਨੂੰ। ਮਹਾਰਾਜ ਬੜਾ ਉਡੀਕਿਆ ਉਹਨਾਂ ਨੂੰ। ਹਾਂਜੀ। ਭਇਓ ਨਾ ਆਏ ਸਾਮੂਹੇ ਵਿਸ਼ਾਲ ਤਰਾਸ ਭੀਨਿਆ। ਪਰ ਆਪ ਜੀ ਦੀ ਕਿਰਪਾ ਐਸੀ ਹੋਈ, ਮਹਾਰਾਜ ਉਹ ਤਾਂ ਦਰਿਆ ਹੀ ਨਹੀਂ ਪਾਰ ਕੀਤਾ। ਮਹਾਰਾਜ ਉਹ ਤਾਂ ਜਕਾਰਿਆਂ ਦੀ ਆਵਾਜ਼ ਸੁਣ ਕੇ ਹੀ ਡਰ ਗਏ। ਪ੍ਰਤਾਪ ਦੀਹੀ ਆਪ ਕੋ ਸਕੈ ਨ ਆਏ ਤੀਰ ਕੋ। ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਜੀ ਦਾ ਪ੍ਰਤਾਪ ਹੀ ਇੰਨਾ ਵੱਡਾ ਹੈ, ਮਹਾਰਾਜ ਮਾੜਾ ਬੰਦਾ ਕਿੱਥੋਂ ਲਾਗੇ ਆ ਸਕਦਾ ਹੈ। ਸੱਚੇ ਪਾਤਸ਼ਾਹ ਆਪ ਜੀ ਦਾ ਪ੍ਰਤਾਪ ਇੰਨਾ ਵੱਡਾ ਹੈ। ਪ੍ਰਸਿੱਧ ਦੇਸ਼ ਬ੍ਰਿੰਦ ਮੈਂ ਸਹਿ ਸੋ ਕੀ ਕੌਣ ਤੀਰ ਕੋ। ਤੇ ਗਰੀਬ ਨਵਾਜ ਕਹਿੰਦੇ ਵਾਹਿਗੁਰੂ
ਭਾਈ ਨੰਦ ਚੰਦ ਜੀ ਕਹਿੰਦੇ ਗਰੀਬ ਨਵਾਜ ਆਪ ਜੀ ਦੇ ਤੀਰਾਂ ਦਾ ਸਾਰੇ ਦੇਸ਼ ਵਿੱਚ ਰਾਜਿਆਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰਾਂ ਅੱਗੇ ਨਹੀਂ ਅਸੀਂ ਟਿਕ ਸਕਦੇ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਹਾਂ ਵਿੱਚ ਬੜਾ ਬਲ ਹੈ। ਜਿਹੜੇ ਤੀਰ ਰਾਜੇ ਮਹਾਰਾਜੇ ਆਪਣੇ ਮਹਿਲਾਂ ਵਿੱਚ ਸਜਾ ਕੇ ਰੱਖਦੇ ਸੀ ਨਾ, ਉਹ ਤੀਰ ਸਤਿਗੁਰੂ ਜੀ ਕਮਾਨ ਦੀ ਤੰਦੀ ਤੇ ਚਾੜ ਕੇ ਚਲਾਉਂਦੇ ਸਨ ਜੀ। ਹਜ਼ੂਰ ਸਾਹਿਬ ਰਹਿਰਾਸ ਸਾਹਿਬ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਕਿੱਡੇ ਵੱਡੇ ਤੀਰ ਦੇ ਦਰਸ਼ਨ ਕਰਾਉਂਦੇ ਜੀ। ਖੱਪਰਾ ਤੀਰ ਉਹਨੂੰ ਕਹਿੰਦੇ ਆ। ਤੁਸੀਂ ਇਹ ਅੰਦਾਜ਼ਾ ਲਾਓ ਵੀ ਐਡਾ ਵੱਡਾ ਤੀਰ ਚਲਾਉਣਾ ਜੀ, ਉਹਦੇ ਵਾਸਤੇ ਵੀ ਜਾਨ ਚਾਹੀਦੀ ਹੈ। ਗੱਲਾਂ ਬਾਤਾਂ ਨਾਲ ਤੇ ਕੰਮ ਨਹੀਂ ਬਣਦਾ। ਸੋ ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਨੰਦ ਚੰਦ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਸਾਰੇ ਦੇਸ਼ ਵਿੱਚ ਆਪ ਜੀ ਦੇ ਤੀਰ ਪ੍ਰਸਿੱਧ ਹਨ। ਨਦੀ ਕਿਨਾਰ ਪਾਰ ਕੋ ਨਾ ਪਾਏ ਨੀਰ ਬੋਰਿਓ। ਮਹਾਰਾਜ ਆਪ ਜੀ ਦੀ ਐਸੀ ਕਿਰਪਾ ਵਰਤੀ, ਮਹਾਰਾਜ ਉਹਨਾਂ ਨੇ ਤੇ ਦਰਿਆ ਵਿੱਚ ਪੈਰ ਵੀ ਨਹੀਂ ਪਾਇਆ ਡਰਦਿਆਂ। ਅਧੀਰ ਭੀਰ ਭੂਰ ਹਵੈ ਉਸ਼ਾਹੇ ਜੁਧ ਸ਼ੋਰਿਓ। ਜੰਗ ਦਾ ਉਤਸ਼ਾਹ ਹੀ ਛੱਡ ਦਿੱਤਾ ਮਹਾਰਾਜ, ਉਹਨਾਂ ਨੇ ਧੀਰਜ ਹੀ ਛੱਡ ਦਿੱਤਾ। ਕਿਰਪਾ ਨਿਦਾਨ ਸ਼ਰੋਕਾਨ ਬੈਨ ਕੋ ਬਖਾਨਿਓ। ਹੇ ਕਿਰਪਾ ਨਿਧਾਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆਪ ਜੀ ਦੇ ਸਿੱਖ ਜਦੋਂ ਉੱਚੀ ਉੱਚੀ ਜਕਾਰਾ ਲਾਉਂਦੇ ਸਨ, ਸਹਾਏ ਸ਼੍ਰੀ ਅਕਾਲ ਕੀ ਵਿਸ਼ਾਲ ਤੇ ਪਲਾਨਿਓ। ਮਹਾਰਾਜ ਇੰਜ ਲੱਗਦਾ ਜਿਵੇਂ ਜਕਾਰੇ ਸੁਣ ਸੁਣੀ ਡਰ ਗਏ ਹੋਣ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਕਿਰਪਾ ਨਿਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਨੰਦ ਚੰਦ ਇਹ ਤੇ ਚਲੋ ਸਾਰੀਆਂ ਗੱਲਾਂ ਠੀਕ ਨੇ, ਤੁਸੀਂ ਯੋਧੇ ਹੋ ਸੂਰਮੇ ਹੋ, ਪਰ ਮੁੱਖ ਗੱਲ ਕੀ ਹੈ? ਸਹਾਏ ਸ਼੍ਰੀ ਅਕਾਲ ਕੀ ਵਿਸ਼ਾਲ ਤੇ ਪਲਾਨੀਓ। ਮੁੱਖ ਗੱਲ ਇਹ ਹੈ ਕਿ ਅਕਾਲ ਪੁਰਖ ਜੀ ਨੇ ਸਾਡੀ ਸਹਾਇਤਾ ਕੀਤੀ ਹੈ। ਮੁੱਖ ਗੱਲ ਇਹ ਹੈ ਪਰਮੇਸ਼ਰ ਨੇ ਮਦਦ ਕੀਤੀ ਹੈ। ਵੇਖੋ ਨਾ, ਸੁੱਤੇ ਪਏ ਤੇ ਆ ਕੇ ਕੋਈ ਪੈ ਜੇ ਜੀ, ਕਿੱਡੀ ਮਾੜੀ ਗੱਲ ਹੈ। ਹਾਂਜੀ। ਮਹਾਨ ਮਾਨ ਹਾਨੇ ਕਿਰਪਾਨ ਬਾਣ ਸੰਗ ਹੀ। ਮਹਾਰਾਜ ਕਹਿੰਦੇ ਪਰ ਹੁਣ ਕਿਰਪਾਨ ਤੇ ਬਾਣ ਚਲਾਉਣ ਦਾ ਸਮਾਂ ਆ ਜਾਣਾ, ਕਹਿਣ ਲੱਗੇ। ਹਾਂਜੀ। ਬਹੌਰ ਸ਼ਤਰੂ ਆਏ ਹੈ ਮਚਾਏ ਦਾ ਇਹ ਜੰਗ ਹੀ। ਹੁਣ ਉਧਰ ਉਹਦੇ ਪੁੱਤ ਨੇ ਪਹੁੰਚਣਾ ਸੀ, ਉਹਨੇ ਗੱਲ ਸੁਣਾਉਣੀ ਸੀ, ਫਿਰ ਹੁਸੈਨ ਖਾਨ ਨੇ ਜੰਗ ਦੀ ਅਭਿਲਾਖਾ ਕਰਨੀ, ਫਿਰ ਦਿਲਾਵਰ ਖਾਨ ਨੇ 2000 ਬੰਦਾ ਦਿੱਤਾ ਜੀ। ਤੇ ਮਹਾਰਾਜ ਅੰਮ੍ਰਿਤ ਵੇਲੇ ਹੀ ਪਲੰਘੇ ਤੇ ਬੈਠਿਆਂ ਕਹਿਣ ਲੱਗੇ ਨੰਦ ਚੰਦ ਹੁਣ ਦੁਬਾਰਾ ਫੌਜ ਆਏਗੀ, ਫੌਜਾਂ ਦੁਬਾਰਾ ਆਉਣਗੀਆਂ। ਸਮੇਤ ਬ੍ਰਿੰਦ ਸੈਨ ਸਾਵਧਾਨ ਹੀ ਰਹੀਜੇ। ਢਿੱਲੇ ਨਹੀਂ ਪੈਣਾ ਮਹਾਰਾਜ ਕਹਿੰਦੇ। ਸਾਰੇ ਗੁਰਸਿੱਖਾਂ ਨੂੰ ਕਹੋ ਵੀ ਸਾਵਧਾਨ ਰਹਿਣ। ਤੋ ਰੰਗ ਆਯੁ ਧਾਨ ਕੋ ਪਠਾਨ ਬਾਂਟ ਦੀਜੇ। ਤੇ ਯੋਧਿਆਂ ਨੂੰ ਨਾ ਸ਼ਸਤਰ ਵੰਡ ਦਿਓ। ਮਹਾਰਾਜ ਕਹਿੰਦੇ ਹੁਣ ਦੂਣੇ ਆਉਣਗੇ ਸਿਪਾਹੀ। ਆਖੋ ਵਾਹਿਗੁਰੂ। ਤੇ ਵਾਕੇ ਦੂਣੇ ਹੀ ਆਏ ਸਾਧ ਸੰਗਤ ਜੀ। ਹਾਂਜੀ। ਪੂਰੇ ਆਨੰਦ ਮੈਂ ਆਨੰਦ ਯੋਂ ਬਿਲੰਦ ਹੋਇਓ। ਇਸ ਤਰੀਕੇ ਨਾਲ ਆਨੰਦਪੁਰ ਸਾਹਿਬ ਵਿੱਚ ਮਹਾਰਾਜ ਤੇ ਆਨੰਦ ਹੀ ਕਰ ਰਹੇ ਨੇ ਜੀ। ਹਾਂਜੀ। ਦੀਵਾਨ ਮੈਂ ਦੀਵਾਨ ਸਾਥ ਯੋ ਪ੍ਰਭੂ ਪ੍ਰਭੋਇਓ। ਮਹਾਰਾਜ ਗਰੀਬ ਨਵਾਜ ਜੀ ਨੇ ਲੱਗੇ ਹੋਏ ਦੀਵਾਨ ਵਿੱਚ ਨੰਦ ਚੰਦ ਜੀ ਨੂੰ ਇਸ ਤਰ੍ਹਾਂ ਆਉਣ ਵਾਲਾ ਸਮਾਂ ਦੱਸ ਦਿੱਤਾ ਵੀ ਹੁਣ ਤਿਆਰ ਰਿਓ, ਫੌਜਾਂ ਹੋਰ ਆਉਣਗੀਆਂ। ਉਤੈ ਪਠਾਨ ਕੋ ਗੁਲਾਮ ਜੋਰ ਸੈਨ ਆਇਓ। ਉਧਰ ਹੁਸੈਨ ਖਾਨ 2000 ਦੀਆਂ ਫੌਜਾਂ ਨਾਲ ਲੈ ਕੇ ਤੁਰ ਪਿਆ ਹੈ। ਹੁਸੈਨ ਨਾਮ ਜਾਸ ਕੋ ਪ੍ਰਤਾਪ ਕੋ ਜਨਾਇਓ। ਉਹਦਾ ਵੀ ਪ੍ਰਤਾਪ ਹੈ ਜੀ, ਉਹ ਵੀ ਯੋਧਾ ਸੀ। ਆਪਣੀਆਂ ਜ਼ੋਰ ਦਾ ਵਿਖਾਵਾ ਕਰਦਾ ਹੋਇਆ ਉਹ ਆਨੰਦਪੁਰ ਸਾਹਿਬ ਨੂੰ ਆ ਰਿਹਾ ਹੈ। ਪੁਰਾ ਭਿਆਨ ਆਨ ਕੈ ਹਵਾਨ ਗ੍ਰਾਮ ਲੂਟਿਓ। ਹੁਣ ਕਿੰਨਾ ਮਾੜਾ ਸਮਾਂ ਸੀਗਾ ਜੀ ਉਹ। ਆਖੋ ਵਾਹਿਗੁਰੂ। ਕਿਉਂ?
ਆਉਂਦਿਆਂ ਪਹਿਲਾਂ ਤੇ ਰਸਤੇ 'ਚ ਉਹਨੇ ਅਵਾਨ ਨਾਮ ਦਾ ਪਿੰਡ ਲੁੱਟਿਆ ਜੀ। ਮਤਲਬ ਕਿ ਇਹ ਧਾੜਵੀਏ ਕਿਤੇ ਵੀ ਜਾ ਕੇ ਪੈ ਜਾਂਦੇ ਸੀ ਤੇ ਬੰਦੇ ਕੋਈ ਅਪੀਲ ਦਲੀਲ ਨਹੀਂ ਸੀ ਕਰ ਸਕਦੇ ਜੀ। ਪਹਿਲਾਂ ਉਹਨੇ ਅਵਾਨ ਨਾਮ ਦਾ ਪਿੰਡ ਲੁੱਟਿਆ। ਭਇਓ ਜੋ ਕੋਈ ਸਮੂਹੇ ਸੋ ਠਾਨ ਜੰਗ ਕੁਟਿਓ। ਜਿਹੜਾ ਉਹਦੇ ਸਾਹਮਣੇ ਆਇਆ ਜੀ ਉਹਨੂੰ ਬੜਾ ਕੁੱਟਿਆ ਜੀ ਇਹਨਾਂ ਨੇ। ਹਾਂਜੀ, ਸਮਾਜ ਗ੍ਰਾਮ ਧਾਮ ਕੋ ਸੋ ਸ਼ੀਨ ਸ਼ੀਨ ਲੀਨਿਓ। ਉਸ ਪਿੰਡ ਦੇ ਲੋਕਾਂ ਦਾ ਬੜਾ ਸਾਜੋ ਸਮਾਨ ਲੁੱਟਿਆ ਜੀ। ਬਹੁਤ ਬੇਪੱਤੀ ਕੀਤੀ ਅਵਾਨ ਪਿੰਡ ਦੇ ਲੋਕਾਂ ਦੀ। ਜਨਾਏ ਜੋਰੇ ਆਪਨੋ ਹੰਕਾਰ ਪੀਨ ਕੀਨਿਓ। ਕਿਉਂ ਹੰਕਾਰੀ ਬੰਦੇ ਨੂੰ ਰੱਬ ਭੁੱਲਿਆ ਹੁੰਦਾ ਨਾ ਜੀ। ਸੋ ਹੰਕਾਰ ਵਿੱਚ ਤਾਕਤ ਵਿਖਾਉਂਦਿਆਂ ਬਿਨਾਂ ਕਿਸੇ ਕਾਰਨ ਤੋਂ ਲੋਕਾਂ ਨੂੰ ਤੰਗ ਕਰਦੇ, ਮਾਰਦੇ, ਕੁੱਟਦੇ ਅੱਗੇ ਆ ਰਹੇ ਸਨ। ਬਹੌਰ ਡੰਡ ਵਾਰਿਆ ਸੰਗਰਾਮ ਕਾਲ ਜੀਤਿਓ। ਫਿਰ ਰਸਤੇ ਵਿੱਚ ਡਡਵਾਲੀਆ ਰਾਜਾ ਸਾਧ ਸੰਗਤ ਜੀ ਉਹਨੂੰ ਜਿੱਤਿਆ ਇਹਨਾਂ ਨੇ। ਹਾਂਜੀ, ਸੋ ਦੰਡ ਲੀਨ ਦਰਬ ਕੋ ਕੁਨੀਤ ਮੈਂ ਪ੍ਰਤੀਤਿਓ। ਉਹਨੂੰ ਵਿਚਾਰੇ ਨੂੰ ਮਾਰਿਆ, ਕੁੱਟਿਆ, ਭਾਵ ਉਹਦੀਆਂ ਫੌਜਾਂ ਮਾਰੀਆਂ, ਉਹਦੇ ਕੋ ਪੈਸੇ ਹੜੱਪੇ ਜੀ ਇਹਨਾਂ ਨੇ। ਕੇਤਕ ਸੈਲ ਰਾਜ ਮੇਲ ਹੇਤ ਪਾਸ ਆਵਹੀ। ਤੇ ਬਹੁਤ ਸਾਰੇ ਪਹਾੜੀ ਰਾਜੇ ਨਾ ਜੀ ਬਿਨਾਂ ਕਾਰਨ ਤੋਂ ਹੁਸੈਨ ਖਾਨ ਨੂੰ ਮਾਇਆ ਦੇ ਕੇ ਜੀ ਵੀ ਸਾਡੇ ਉੱਤੇ ਹਮਲਾ ਨਾ ਕਰ ਦਵੇ। ਹਾਂਜੀ, ਸਮੂਹ ਤੇ ਸੋ ਲੇਤ ਦਾਮ ਦੰਡ ਕੋ ਚੁਕਾਵਹੀ। ਸਾਰਿਆਂ ਕੋਲੋਂ ਰਸਤੇ ਵਿੱਚ ਮਾਇਆ ਲੈਂਦਾ, ਮਾਮਲਾ ਲੈਂਦਾ, ਆਪਣੀ ਈਨ ਮਨਵਾਉਂਦਾ ਅੱਗੇ ਵੱਧ ਰਿਹਾ ਸੀਗਾ ਜੀ। ਕਿਤੇਕ ਸੈਲ ਪਾਲ ਕੇ ਸੋ ਨੰਦ ਬੰਦ ਮੈਂ ਕੀਏ। ਆਖੋ ਵਾਹਿਗੁਰੂ। ਕਈ ਤਾਂ ਪਹਾੜੀ ਰਾਜਿਆਂ ਦੇ ਪੋਤੇ ਨੇ ਫੜ ਲਏ ਜੀ। ਹੁਸੈਨ ਖਾਨ ਨੇ ਪੁੱਤ ਫੜ ਕੇ ਕੈਦ ਕਰ ਲਏ ਜੀ। ਹਾਂਜੀ, ਬਿਲੰਦ ਦਰਬ ਦੇਹੇਂਗੇ ਤਾਂ ਸ਼ੋਰ ਹੈ ਸੁਨੈ ਦੀਏ। ਤੇ ਉਹਨਾਂ ਨੂੰ ਕਹਿਣ ਲੱਗਾ ਵੀ ਮਾਇਆ ਦਿਓ ਖੁੱਲੀ। ਉਹਨਾਂ ਕੋ ਪੈਸਾ ਮੰਗਿਆ, ਜਿਨੇ ਜਿਨੇ ਪੈਸਾ ਦਿੱਤਾ ਉਹਦਾ ਪੁੱਤਰ ਛੱਡਤਾ ਜੀ। ਧੱਕਾ ਸੀਗਾ ਜੀ। ਹਾਂਜੀ, ਕਟੋਚੀਆ ਕਿਰਪਾਲ ਭੀਮ ਚੰਦ ਜੋ ਕਲੂਰਿਆ। ਤੇ ਰਸਤੇ ਵਿੱਚ ਕਿਰਪਾਲ ਕਟੋਚੀਆ ਕਹਿਲੂਰ ਦਾ ਰਾਜਾ ਭੀਮ ਚੰਦ ਮਿਲੇ ਅਕੋਰ ਦੇ ਹੇਰ ਓਜ ਪੂਰਿਆ। ਉਹ ਵੀ ਇਸ ਹੁਸੈਨ ਖਾਨ ਦੀ ਤਾਕਤ ਵੇਖ ਕੇ ਇਹਨੂੰ ਮਾਇਆ ਦੇ ਕੇ ਮਿਲੇ ਜੀ। ਉਹ ਵੀ ਡਰ ਗਏ ਜੀ ਇਹਦੇ ਤੋਂ। ਹਾਂਜੀ, ਵਿਸ਼ਾਲ ਦੂਨ ਮੈਂ ਪ੍ਰਵੇਸ਼ ਲੂਟ ਲੂਟ ਲੀਨਿਓ। ਤੇ ਦੂਣਾ ਵਿੱਚ ਪ੍ਰਵੇਸ਼ ਕੀਤਾ, ਪਿੰਡਾਂ ਵਿੱਚ ਪ੍ਰਵੇਸ਼ ਕੀਤਾ, ਲੁੱਟ ਕਰਦੇ ਹੋਏ ਸਾਧ ਸੰਗਤ ਜੀ ਹੁਸੈਨ ਖਾਨ ਅੱਗੇ ਵਧਿਆ ਜੀ। 17 ਭੀਰ ਪੂਰ ਹਵੈ ਕਿਸੂ ਨਾ ਜੰਗ ਕੀਨਿਓ। ਮਤਲਬ ਸਾਰੇ ਰਸਤੇ 'ਚ ਕਾਇਰ ਮਿਲੇ ਜੀ। ਕਿਸੇ ਰਾਜੇ ਨੇ ਅੱਗੇ ਹੋ ਕੇ ਜੰਗ ਨਹੀਂ ਸੀ ਕੀਤੀ ਇਹਦੇ ਨਾਲ। ਹਾਂਜੀ, ਮਹਾਨ ਅਨ ਸ਼ੀਨ ਸ਼ੀਨ ਸੈਨ ਬਾਟ ਦੀਨਿਅੰ। ਤੇ ਰਸਤੇ ਵਿੱਚ ਲੋਕਾਂ ਦੇ ਘਰਾਂ ਵਿੱਚੋਂ ਅੰਨ ਤੱਕ ਲੁੱਟਦੇ ਹੋਏ ਆਏ ਜੀ। ਇਹ ਬੜਾ ਮਾੜਾ ਸਮਾਂ ਸੀ ਸੰਗਤ ਜੀ। ਹਾਂਜੀ, ਹਿਰਦੇ ਗੁਰੂ ਪੁਰਾਨ ਕੋ ਪ੍ਰਭਾਵ ਨਾਹਿ ਚੀਨਿਅੰ। ਆਖੋ ਵਾਹਿਗੁਰੂ। ਹੁਸੈਨ ਖਾਨ ਇਹ ਸਾਰਾ ਕੁਝ ਜਾਣ ਕੇ ਕਰ ਰਿਹਾ ਸੀ ਵੀ ਜਦੋਂ ਨੂੰ ਮੈਂ ਆਨੰਦਪੁਰ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਮੇਰੇ ਤੋਂ ਪਹਿਲਾਂ ਹੀ ਡਰੇ ਹੋਣ। ਰਸਤੇ ਵਿੱਚ ਹੀ ਇੰਨੀ ਮਾਰ ਧਾੜ ਕਰਦਾ ਜਾਵਾਂ। ਹਾਂਜੀ, ਕਰੰਤ ਕਾਜ ਖੋਟ ਕੋ ਵਿਚਾਰ ਕੋ ਨਾ ਠਾਨਿਅੰ। ਮਨ ਵਿੱਚ ਵਿਚਾਰ ਨਹੀਂ ਸੀ ਕਰਦਾ ਵੀ ਮੈਂ ਜੋ ਕਰ ਰਿਹਾ ਕੁਦਰਤ ਦੇ ਜੀਵਾਂ ਨਾਲ ਗਲਤ ਕਰ ਰਿਹਾ। ਇਹ ਵਿਚਾਰ ਨਹੀਂ ਸੀ ਕਰਦਾ, ਖੋਟਾ ਕੰਮ ਕਰਦਾ ਅੱਗੇ ਵੱਧ ਰਿਹਾ ਸੀ। ਵਿਸ਼ਾਲ ਮੂਡ ਆਤਮਾ ਗੁਲਾਮ ਬੁੱਧਵਾਨੰ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਵੱਡਾ ਮੂਰਖ ਸੀਗਾ ਇਹ, ਵੱਡੀ ਮੂਰਖ ਆਤਮਾ ਹੈ। ਨਿਵੇਸ਼ ਕਾਲ ਦੂਨ ਮੈਂ ਜਨਾਏ ਜੋਰ ਆਪਨੋ। ਇਸ ਤਰੀਕੇ ਨਾਲ ਇਹ ਦੂਣ ਵਿੱਚ ਜ਼ੁਲਮ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ। ਖਸੋਟ ਲੇਤ ਕਾਹੂ ਕੋ ਮਹਾਨ ਦੇਤ ਤਾਪਨੋ। ਵੱਡੀਆਂ ਸਜ਼ਾਵਾਂ ਦਿੰਦਾ, ਮਾਇਆ ਲੈਂਦਾ, ਧਨ ਮਾਲ ਲੋਕਾਂ ਦਾ ਖੋਹਦਾ ਅੱਗੇ ਵੱਧ ਰਿਹਾ ਹੈ। ਬਿਨਾਇ ਦਵੈਸ਼ ਕੇਤਨੰ ਕਰੰਤ ਉਤਪਾਤ ਕੋ। ਆਖੋ ਸ੍ਰੀ ਵਾਹਿਗੁਰੂ। ਚਲੋ ਹੁਣ ਆਪਾਂ ਇਤਿਹਾਸ ਸੁਣਨਾ
ਪਰ ਇਤਿਹਾਸ ਸੁਣਦਿਆਂ ਨਾਲ ਆਪਣੀ ਵੀ ਵਿਚਾਰ ਕਰੀ ਜਾਣੀ। ਪੰਗਤੀ ਆ ਗਈ ਜੀ ਵਿੱਚ, ਬਿਨਾਏ ਦਵੈਸ਼ ਕੇਤਨੰ ਕਰੰਤ ਓਤ ਪਾਤ ਕੋ, ਬਿਨਾ ਈਰਖਾ ਕਰਨ ਦੇ, ਵੀ ਕੋਈ ਮਾੜਾ ਥੋੜੀ ਇਹਨੂੰ ਕਹਿ ਰਿਹਾ ਸੀਗਾ ਜੀ, ਬਿਨਾ ਕਿਸੇ ਦੇ ਈਰਖਾ ਕਰਨ ਦੇ ਫਿਰ ਵੀ ਇਹ ਲੋਕਾਂ ਨੂੰ ਤੰਗ ਕਰ ਰਿਹਾ ਜੀ। ਚੇਤਾ ਰੱਖਿਓ, ਇਹਦਾ ਸਮੇਂ ਤੋਂ ਬਾਅਦ ਪਤਾ ਲੱਗਦਾ ਬੰਦੇ ਨੂੰ, ਪਹਿਲਾਂ ਨਹੀਂ ਪਤਾ ਲੱਗਦਾ। ਜਦੋਂ ਵੀ ਈਰਖਾ ਦੇ ਵਸ ਜਾਂ ਬਿਨਾਂ ਕਿਸੇ ਕਾਰਨ ਤੋਂ ਆਪਾਂ ਕਿਸੇ ਨੂੰ ਤੰਗ ਕਰਦੇ ਹਾਂ, ਸਮਾਂ ਆਉਣ ਤੋਂ ਬਾਅਦ ਇਸ ਗੱਲ ਦਾ ਨਤੀਜਾ ਆਉਂਦਾ। ਸਾਧ ਸੰਗਤ ਜੀ, ਸਮਾਂ ਆਉਣ ਤੋਂ ਬਾਅਦ ਪਤਾ ਲੱਗਦਾ। ਇਸ ਕਰਕੇ ਪਰਮੇਸ਼ਰ ਤੋਂ ਡਰਦੇ ਰਹਿਣਾ ਚਾਹੀਦਾ। ਮਹਾਰਾਜ ਬਾਣੀ 'ਚ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਪਰ ਜੇ ਕੋਈ ਭਲੇ ਦਾ ਬੁਰਾ ਕਰੀ ਜਾਵੇ ਤੇ ਫਿਰ ਰੱਬ ਦਾ ਦਸਤੂਰ ਵੀ ਹੈਗਾ ਜੀ। ਲੋਕਾਂ ਇਹਨਾਂ ਕੁਛ ਨਹੀਂ ਕਿਹਾ, ਐਵੇਂ ਮਾਰਦਾ ਕੁੱਟਦਾ ਖੋਹਦਾ, ਇਹ ਆਨੰਦਪੁਰ ਨੂੰ ਆ ਰਿਹਾ ਜੀ। ਹਾਂਜੀ, ਸਤਰਾਸ ਹੋਏ ਦੂਨ ਮੈਂ ਨਾ ਕੋਪ ਧਾਰ ਕਾਤ ਕੋ। ਸੋ ਸਾਰੇ ਪਹਾੜੀ ਇਲਾਕੇ ਵਿੱਚ ਨਾ ਜੀ ਇਹ ਮਾਰ ਕੁੱਟ ਕਰਦਾ ਜਦੋਂ ਆਇਆ ਤੇ ਡਰ ਫੈਲ ਗਿਆ ਜੀ ਇਹਦਾ। ਹਾਂਜੀ, ਮਿਲੇ ਅਨੇਕ ਆਨ ਕੈ ਅਕੋਰ ਹੱਥ ਜੋੜ ਕੈ। ਲੋਕ ਵਿਚਾਰੇ ਡਰਦਿਆਂ ਮਾਰਿਆਂ ਹੀ ਹੱਥ ਜੋੜ ਕੇ ਨਾ ਇਹਨੂੰ ਮਾਇਆ ਦਈ ਜਾਣ ਜੀ। ਹਾਂਜੀ, ਕਿਤੇਕ ਭਾਜ ਜਾਤ ਹੈ ਕਿਤੇਕ ਲੈ ਨਿਹੋਰ ਕੈ। ਕਈ ਤੇ ਵਿਚਾਰੇ ਭੱਜ ਕੇ ਲੁੱਕ ਕੇ ਬਹਿ ਜਾਂਦੇ ਜੀ, ਕਈਆਂ ਨੂੰ ਫਿਰ ਦੇਣਾ ਪੈਂਦਾ ਜੀ ਧਨ ਇਹਨੂੰ। ਹਾਂਜੀ, ਦੋਹਰਾ ਇਸ ਪ੍ਰਕਾਰ ਸਭ ਦੂਨ ਮਹਿ ਘਾਲਿਓ ਜੋਰ ਸੁਜੋਰ। ਇਸ ਤਰੀਕੇ ਨਾਲ ਇਹ ਜਿਹੜਾ ਹੁਸੈਨ ਖਾਂ ਸੀ ਨਾ, ਸਾਰੇ ਪਹਾੜੀ ਇਲਾਕੇ ਵਿੱਚ ਇਹਨੇ ਆਪਣਾ ਜ਼ੋਰ ਪਾ ਲਿਆ ਜੀ। ਹਾਂਜੀ, ਅਬ ਲਾਖਤ ਮੂਰਖ ਰਿਦੇ ਚਲੋ ਆਨੰਦਪੁਰ ਔਰ। ਤੇ ਬੜਾ ਖੁਸ਼ ਹੈ ਜੀ ਇਹ। ਹੁਣ ਇਹ ਆਪਣੇ ਮਨ ਵਿੱਚ ਮੂਰਖ ਇੱਛਾ ਕਰਦਾ ਵੀ ਮੈਂ ਹੁਣ ਆਨੰਦਪੁਰ ਜਾਵਾਂਗਾ। ਭੂਪ ਕਿਰਪਾਲ ਕਟੋਚੀਆ ਭੀਮ ਚੰਦ ਤੇ ਆਦ। ਉਧਰ ਰਾਜਾ ਕਿਰਪਾਲ ਚੰਦ ਕਟੋਚੀਆ ਤੇ ਭੀਮ ਚੰਦ ਮਿਲੇ ਸੋ ਰਾਖੈ ਨਿਕਟ ਤਿਸ ਕੈਸਾ ਦਰ ਸੰਵਾਦ। ਆਖੋ ਵਾਹਿਗੁਰੂ। ਸਾਧ ਸੰਗਤ ਜੀ, ਜੋ ਵੀ ਉਹਨਾਂ ਨਾਲ ਮੇਲ ਕਰਦਾ ਹੈ ਉਸ ਨੂੰ ਆਦਰ ਨਾਲ ਸਤਿਗੁਰੂ ਪਾਸ ਰੱਖਦੇ ਆ। ਮਹਾਰਾਜ ਉਹਦੇ ਨਾਲ ਗੱਲਬਾਤ ਕਰਦੇ ਵੀ ਦੱਸੋ ਸਾਨੂੰ ਪਹਾੜੀ ਇਲਾਕੇ 'ਚ ਕੀ ਹੋ ਰਿਹਾ। ਹਾਂਜੀ, ਇਕੱਠੀ ਸੈਨ ਕਰਤ ਸਮੁਦਾਇਆ। ਹਾਂਜੀ, ਚਾਹੇ ਆਨੰਦਪੁਰ ਗੁਰੂ ਟਿਗ ਆਇਆ। ਉਧਰੋਂ ਉਹ ਵੀ ਜਿਹੜਾ ਹੁਸੈਨ ਖਾਂ ਹੈ ਨਾ, ਉਹ ਪਹਾੜੀ ਰਾਜਿਆਂ ਦੀ ਫੌਜ ਲੈ ਕੇ, ਫੌਜ ਇਕੱਠੀ ਕਰਕੇ ਤੇ ਆਨੰਦਪੁਰ ਨੂੰ ਆ ਰਿਹਾ ਹੈ। ਸੰਗਰ ਘਾਲ ਘਨੋ ਕਮਸਾਨਾ। ਹਾਂਜੀ, ਕਰੋ ਪਰਾਜੈ ਕਹਿ ਹੋਏ ਹਨ। ਉਹ ਰਸਤੇ ਵਿੱਚ ਨਾ ਜੀ ਕਹਿੰਦਾ ਹੋਇਆ ਆ ਰਿਹਾ ਲੋਕਾਂ ਨੂੰ ਵੀ ਮੈਂ ਜਾਂ ਤਾਂ ਗੁਰੂ ਨੂੰ ਹਰਾਵਾਂਗਾ ਜਾਂ ਨਾਲ ਲੈ ਕੇ ਚੱਲਾਂਗਾ, ਤਿਉ ਛਮੂ ਕੋ ਜੋਰ ਵਡੇਰਾ। ਵੀ ਮੈਂ ਆਪਣਾ ਜ਼ੋਰ ਵਿਖਾਵਾਂਗਾ, ਮਿਲੇ ਤਾਂ ਲੈ ਹੋ ਦਰਬ ਕਨੇਰਾ। ਤੇ ਜੇ ਮਿਲ ਪਏ ਤਾਂ ਖੁੱਲੀ ਮਾਇਆ ਲਵਾਂਗਾ। ਭੇਜਿਓ ਪੁੱਤਰ ਦਿਲਾਵਰ ਵੀ ਖਾਨ। ਅੱਗੇ ਤਾਂ ਸਾਡੇ ਦਿਲਾਵਰ ਖਾਨ ਨੇ ਆਪਣਾ ਪੁੱਤ ਭੇਜਿਆ ਸੀ, ਜਿੰਤੇ ਡਰ ਹਟ ਗਇਓ ਨਿਧਾਨ। ਪਰ ਉਹ ਤਾਂ ਮੂਰਖ ਡਰ ਕੇ ਪਛਾਂ ਚਲੇ ਗਿਆ। ਤਿਸ ਕਾਰਨ ਤੇ ਮੈਂ ਚੜ ਆਇਓ। ਇਸ ਕਰਕੇ ਮੈਂ ਹੁਣ ਚੜ ਕੇ ਆਇਆ ਹਾਂ। ਸੰਚਕਨੋਂ ਦਲ ਸੰਗ ਪਠਾਇਓ। ਵੀ ਮੈਂ ਬਹੁਤਾ ਵੱਡਾ ਦਲ ਇਕੱਠਾ ਕਰਕੇ ਲੈ ਕੇ ਚੱਲਾ ਹਾਂ। ਨਹੀਂ ਆਨੰਦਪੁਰ ਮਾਰੋ ਜਾਵਦ। ਜਿੰਨਾ ਚਿਰ ਤੱਕ ਦੁਸ਼ਟ ਕਹਿੰਦਾ ਮੈਂ ਆਨੰਦਪੁਰ ਮਾਰ ਨਹੀਂ ਲੈਂਦਾ, ਬਨੈ ਨਾ ਹਟ ਕਰ ਜੈਬੋ ਤਾਵਦ। ਵੀ ਮੈਂ ਨਹੀਂ ਹਟ ਕੇ ਜਾਵਾਂਗਾ। ਲਰਬੇ ਕੋ ਬਲ ਕੇਤਕ ਧਰੈ। ਤੇ ਮੈਂ ਵੇਖਣਾ ਚਾਹੁੰਦਾ ਵੀ ਗੁਰੂ ਕਿੰਨਾ ਕੁ ਬਲ ਹੈ ਗੁਰੂ ਵਿੱਚ। ਦੇਖੋ ਅਬ ਜੇ ਤੋਰਣ ਕਰੈ। ਹੁਣ ਵੇਖਿਓ ਸਾਰਿਆਂ ਨੂੰ ਕਹਿੰਦਾ ਵੀ ਮੈਂ ਕਿੰਨਾ ਵੱਡਾ ਜੰਗ ਕਰਦਾ ਹਾਂ। ਤੀਨ ਭਾਨ ਜੇ ਪ੍ਰੋਹਿਤ ਔਰ। ਹਾਂਜੀ, ਸਮਝਾਵੇ ਸੋਢੀ ਕੁਲ ਮੋਰ। ਆਖੋ ਵਾਹਿਗੁਰੂ। ਉਧਰ ਮਹਾਰਾਜ ਨੂੰ ਵੀ ਪਤਾ ਲੱਗ ਗਿਆ। ਸਤਿਗੁਰਾਂ ਦੇ 3 ਭਰਾ, ਮਾਤਾ ਗੁਜਰੀ ਜੀ, ਨੰਦ ਚੰਦ,
ਇਹ ਸਾਰੇ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿੰਦੇ ਹਨ, ਮਹਾਰਾਜ ਤੁਮ ਅਹੋ ਨਿਚਿੰਤ। ਮਹਾਰਾਜ ਆਪ ਜੀ ਕੋਈ ਕਾਰਵਾਈ ਨਹੀਂ ਕਰ ਰਹੇ, ਮਹਾਰਾਜ ਤੁਸੀਂ ਤੇ ਨਿਸ਼ਚਿੰਤ ਹੋ ਕੇ ਬੈਠੇ ਹੋ। ਹਾਂਜੀ, ਪਰਿਓ ਨੇਰ ਸ਼ਤਰੂ ਬਲਵੰਤ। ਸੁਣਿਆ ਹੁਸੈਨ ਖਾਂ ਵੱਡੀ ਫੌਜ ਲੈ ਕੇ ਆਨੰਦਪੁਰ ਆ ਰਿਹਾ ਹੈ, ਤੁਮ ਸੋ ਚਾਹਤ ਕਰਿਓ ਲੜਾਈ। ਤੇ ਆਪ ਜੀ ਨਾਲ ਮਹਾਰਾਜ ਉਹ ਜੰਗ ਕਰਨੀ ਚਾਹੁੰਦਾ ਹੈ। ਆਜ ਕਾਲ ਮੈਂ ਦੇਰ ਨਾ ਕਾਈ। ਬਸ ਅੱਜ ਕੱਲ ਵਿੱਚ ਹੁਸੈਨ ਖਾਂ ਆਪ ਜੀ ਕੋਲ ਪਹੁੰਚ ਜਾਏਗਾ। ਸਭ ਗਿਰ ਪਤ ਦੇ ਦੇ ਬਹੁ ਧਨ ਕੋ। ਮਹਾਰਾਜ ਸਾਰੇ ਪਹਾੜੀ ਰਾਜਿਆਂ ਨੇ ਉਹਨੂੰ ਮਾਇਆ ਦਿੱਤੀ ਹੈ, ਮਿਲੇ ਜਾਤ ਹਤ ਧੀਰਜ ਮਨ ਕੋ। ਸਾਰੇ ਡਰੀ ਜਾਂਦੇ ਨੇ ਉਹਦੇ ਤੋਂ। ਹਾਂਜੀ, ਕਿਉ ਨਾ ਕਰੋ ਆਪਣੀ ਟਕਰਾਈ। ਮਹਾਰਾਜ ਆਪ ਜੀ ਕਿਉਂ ਨਹੀਂ ਤਕੜਾਈ ਕਰ ਰਹੇ? ਕੈ ਮਸੰਦ ਦਿਓ ਅਗਰ ਪਠਾਈ। ਜਾਂ ਕੋਈ ਮਸੰਦ ਭੇਜੋ ਹੁਸੈਨ ਖਾਨ ਦੇ ਕੋਲ, ਸੰਦ ਕਰੋ ਨੈ ਬੈਰ ਵਧਾਵੋ। ਤੇ ਸੰਧੀ ਕਰ ਲਓ ਮਹਾਰਾਜ, ਵੈਰ ਨਾ ਵਧੇ। ਜਿਉ ਕਿਉ ਕਰ ਇਤ ਤੇ ਉਲਟਾਵੋ। ਮਹਾਰਾਜ ਜਿਵੇਂ ਕਿਵੇਂ ਨਹੀਂ ਹੈ, ਜਾਂ ਤਾਂ ਉਹਨੂੰ ਵਾਪਸ ਭੇਜ ਦਿਓ, ਤੇ ਜਾਂ ਮਹਾਰਾਜ ਫਿਰ ਸ਼ਸਤਰ ਫੜੀਏ। ਸੈਨਕਣੀ ਸੰਗ ਕਰੋ ਨਾ ਰਨ ਕੋ। ਮਹਾਰਾਜ ਉਹਦੇ ਨਾਲ ਵੱਡੀ ਸੈਨਾ ਹੈ। ਹਾਂਜੀ, ਫੇਰ ਦੇਹੋ ਕੁਛ ਦੇ ਕਰ ਧਨ ਕੋ। ਤੇ ਮਹਾਰਾਜ ਉਹਨੂੰ ਮਾਇਆ ਦੇ ਕੇ ਵਾਪਸ ਤੋਰ ਦਈਏ। ਹਾਂਜੀ, ਗੁਜਰੀ ਆਦਿਕ ਜਬ ਇਮ ਕਹਿਓ। ਜਦੋਂ ਮਾਤਾ ਗੁਜਰੀ ਜੀ ਨੇ ਵੀ ਇਸ ਤਰ੍ਹਾਂ ਕਿਹਾ, ਮਿਲਨ ਹੇਤ ਸਭ ਹਿਨ ਕਹਿ ਲਹਿਓ। ਤੇ ਸਾਰੇ ਕਹਿਣ ਲੱਗੇ ਮਹਾਰਾਜ ਮਾਇਆ ਦੇ ਕੇ ਮੱਥੇ ਮੜ ਕੇ ਤੇ ਉਹਨੂੰ ਵਾਪਸ ਤੋਰੀਏ। ਹਾਂਜੀ, ਗਰਜੇ ਸਭਾ ਬੀਚ ਬਲ ਭਾਰੀ। ਤੇ ਗਰਜੇ ਸਭਾ ਬੀਚ ਬਲ ਭਾਰੀ। ਆਖੋ ਵਾਹਿਗੁਰੂ। ਸਭਾ ਲੱਗੀ, ਬਾਜਾਂ ਵਾਲੇ ਸਤਿਗੁਰੂ ਫਿਰ ਗੱਜ ਕੇ ਬੋਲੇ, ਹਮ ਇਨ ਕੀ ਜੜ ਦੇ ਉਖਾਰੀ। ਮਹਾਰਾਜ ਕਹਿੰਦੇ ਹਮ ਇਨ ਕੀ ਜੜ ਦੇ ਉਖਾੜੀ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਮਾਇਆ ਦੇ ਦਿਓ, ਅਸੀਂ ਤਾਂ ਇਹਨਾਂ ਦੀਆਂ ਜੜਾਂ ਪੁੱਟਣੀਆਂ ਨੇ। ਹਾਂਜੀ, ਰਾਜ ਪ੍ਰਤਾਪ ਦੂਰ ਸਭ ਜੈ ਹੈ। ਇਹਨਾਂ ਦਾ ਰਾਜ ਤੇਜ ਪ੍ਰਤਾਪ ਸਭ ਦੂਰ ਹੋ ਜਾਵੇਗਾ। ਨਹੀਂ ਨਗਾਰ ਬੰਦ ਕੋਹਵੈ ਹੈ। ਮਹਾਰਾਜ ਕਹਿੰਦੇ ਇਹਨਾਂ ਦੇ ਘਰ ਤੇ ਨਗਾਰਾ ਵਜਾਉਣ ਵਾਲਾ ਕੋਈ ਨਹੀਂ ਰਹੇਗਾ। ਆਖੋ ਸਾਧ ਸੰਗਤ, ਮੇਰੇ ਸਤਿਗੁਰਾਂ ਦੇ ਘਰ ਅੱਜ ਵੀ ਨਗਾਰੇ ਵੱਜਦੇ ਨੇ, ਪਰ ਉਹਨਾਂ ਦੇ ਨਗਾਰੇ ਨਹੀਂ ਤੇ ਵੱਜਦੇ। ਰਿਹਾ ਹੀ ਕੋਈ ਨਹੀਂ ਨਗਾਰੇ ਵਜਾਉਣ ਵਾਲਾ। ਹਾਂਜੀ, ਧਨ ਗਨ ਛੀਨੈ ਰੰਕ ਬਣਾਵੇ। ਮਹਾਰਾਜ ਕਹਿੰਦੇ ਉਹਨਾਂ ਕੋ ਤੇ ਮਾਇਆ ਆਪਾਂ ਖੋਣੀ ਹੈ, ਉਹਨਾਂ ਨੂੰ ਤਾਂ ਅਸੀਂ ਗਰੀਬ ਬਣਾਵਾਂਗੇ। ਨਿਜ ਦਾਸਨ ਕੋ ਰਾਜ ਵਧਾਵੇ। ਤੇ ਨਾਲ ਮਹਾਰਾਜ ਕਹਿਣ ਲੱਗੇ ਮਾਤਾ ਜੀ ਰਾਜ ਮਾਇਆ ਇਹ ਤਾਂ ਆਪਾਂ ਆਪਣੇ ਸਿੱਖਾਂ ਨੂੰ ਦਵਾਂਗੇ। ਹਾਂਜੀ, ਜੇ ਗੁਲਾਮ ਲੈ ਦਲ ਸਮੁਦਾਈ। ਮਹਾਰਾਜ ਕਹਿੰਦੇ ਅਜੇ ਤੇ ਨੌਕਰ ਹੈ ਹੁਸੈਨ ਖਾਂ, ਤੇ ਇੱਕ ਨੌਕਰ ਦੇ ਏਦਾਂ ਆ ਗਿਆ, ਆਏ ਕਰੇ ਹਮ ਸੰਗ ਲੜਾਈ। ਆ ਕੇ ਜੇ ਸਾਡੇ ਨਾਲ ਲੜਾਈ ਕਰਦਾ ਹੈ, ਇਮਰਨ ਕਰੇ ਉਪਾਵੇ ਤਰਾਸਾ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਯੁੱਧ ਕਰਕੇ ਡਰ ਪੈਦਾ ਕਰੇ, ਹਥਿਆਰਨ ਤੇ ਹੋਏ ਬਿਨਾਸ਼ਾ। ਤੇ ਇੰਜ ਜੇ ਨੌਕਰਾਂ ਦੇ ਆਉਣ ਨਾਲ ਹਥਿਆਰ ਚਲਾਉਣ ਨਾਲ ਵਿਨਾਸ਼ ਹੋ ਜਾਵੇ, ਖੜਗ ਕੇਤ ਕੋ ਕੌਤਕ ਪਿਖੋ। ਤੇ ਫਿਰ ਸਾਡਾ ਕੀ ਪ੍ਰਤਾਪ ਹੋਇਆ? ਆਖੋ ਵਾਹਿਗੁਰੂ। ਤੁਸੀਂ ਕਹਿੰਦੇ ਖੜਗ ਕੇਤ, ਅਕਾਲ ਪੁਰਖ ਵਾਹਿਗੁਰੂ ਦਾ ਕੌਤਕ ਦੇਖੋ। ਕਹਾ ਕਰਤ ਹੈ ਸੁਖ ਸੋ ਲਖੋ। ਤੁਸੀਂ ਚੁੱਪ ਕਰਕੇ ਬੈਠੋ ਸਾਰੇ, ਸੁੱਖ ਨਾਲ ਵੇਖੋ ਅਕਾਲ ਪੁਰਖ ਜੀ ਹੁਣ ਕੀ ਖੇਡ ਵਰਤਾਉਂਦੇ ਹਨ। ਪ੍ਰਥਾਨ ਹੀ ਮਰ ਕਰ ਰਹੇ। ਮਹਾਰਾਜ ਕਹਿੰਦੇ ਅਸੀਂ ਤਾਂ ਨਿਸ਼ਚਿੰਤ ਤਾਂ ਬੈਠੇ ਆ, ਠੀਕ ਹੈ ਅਸੀਂ ਨੰਦ ਚੰਦ ਨੂੰ ਕਿਹਾ ਤਿਆਰੀ ਰੱਖੇ, ਪਰ ਨਿਸ਼ਚਿੰਤ ਤਾਂ ਬੈਠੇ ਆ ਹੁਸੈਨ ਖਾਂ ਸਾਡੇ ਤੱਕ ਪਹੁੰਚੇਗਾ ਤੇ ਜੰਗ ਕਰੇਗਾ ਨਾ। ਇੱਕ ਨੌਕਰ ਨਾਲ ਜੰਗ ਕਰੀਏ ਕਹਿੰਦੇ, ਉਹ ਤੇ ਗੁਲਾਮ ਹੈ, ਉਹ ਤਾਂ ਹੋਰ ਥਾਂ ਉੱਤੇ ਹੀ ਮਰ ਮੁੱਕ ਜਾਵੇਗਾ। ਹਮਰੀ ਨਹਿ ਸਮੀਪ ਤਾ ਲਹੇ। ਉਹ ਤਾਂ ਸਾਡੇ ਲਾਗੇ ਆਏਗਾ ਹੀ ਨਹੀਂ ਕਹਿਣ ਲੱਗੇ। ਹਾਂਜੀ, ਘਟਾ ਸਮਾਨ ਬਨਾਵਤ ਆਵੇ। ਮਹਾਰਾਜ ਕਹਿਣ ਲੱਗੇ ਜਿਵੇਂ ਬੱਦਲ ਘਟਾਵਾਂ ਬਦਲਾਂ ਦੀਆਂ ਆਉਂਦੀਆਂ ਹਨ, ਕਾਲ ਕਰਮ ਕੋ ਮਰਮ ਨ ਪਾਵੇ। ਪਰ ਮਹਾਰਾਜ ਕਹਿੰਦੇ ਫਿਰ ਗਰਜਦੇ ਹੀ ਆ, ਵਰਸਦੇ ਨਹੀਂ। ਨਾਲ ਕਹਿਣ ਲੱਗੇ ਕਾਲ ਦਾ ਕਰਮ ਦਾ
ਭੇਦ ਕਿਸੇ ਨੂੰ ਨਹੀਂ ਪਤਾ ਹੁੰਦਾ। ਵਾਯੋ ਮਨੰਦ ਉਡਾਇ ਖਪਾਵੇ। ਬੜੇ ਬੱਦਲ ਆਉਂਦੇ ਤੇ ਹੈ ਆ, ਪਰ ਜਦੋਂ ਹਵਾ ਚੱਲਦੀ ਹੈ ਨਾ, ਉਹ ਬੱਦਲ ਉੱਡ ਕੇ ਕਿਤੇ ਹੋਰ ਹੀ ਚਲ ਜਾਂਦੇ ਆ। ਹਾਂਜੀ, ਭਿਖੇ ਨ ਰਹੇ ਕਿਤ ਸੁਣਿਆ ਨ ਜਾਵੇ। ਵੇਖਣਾ ਤੇ ਦੂਰ ਵੀ ਬੱਦਲ ਕਿੱਥੇ ਗਏ, ਫਿਰ ਤਾਂ ਸੁਣਿਆ ਨਹੀਂ ਜਾਂਦਾ ਵੀ ਕਿੱਥੇ ਗਏ ਨੇ। ਹਾਂਜੀ, ਤਉ ਨੰਦ ਚੰਦ ਸੁਣੀਏ ਕਾਨ। ਫਿਰ ਵੀ ਨੰਦ ਚੰਦ ਜੀ ਇਹ ਗੱਲ ਸਾਡੀ ਸੁਣ ਲਵੋ। ਰਨ ਸਮਾਜ ਕਰ ਬਨ ਸਵਧਾਨ। ਤੁਸੀਂ ਸਾਰੇ ਕਹਿੰਦੇ ਹੋ, ਇਸ ਕਰਕੇ ਕਹਿਣਾ ਹੈ, ਮਹਾਰਾਜ ਕਹਿੰਦੇ ਤਿਆਰੀ ਰੱਖੋ ਜੰਗ ਕਰਨ ਦੀ। ਪਰ ਮਾਤਾ ਜੀ ਹੁਸੈਨ ਖਾਨ ਤਾਂ ਸਾਡੇ ਨੇੜੇ ਆ ਹੀ ਨਹੀਂ ਸਕਦਾ। ਕਹਿਣ ਲੱਗੇ ਬੱਦਲ ਆਉਂਦਾ, ਪਰ ਜਦੋਂ ਹਵਾ ਚੱਲਦੀ ਤੇ ਹਵਾ ਬੱਦਲਾਂ ਨੂੰ ਵੀ ਡਾ ਕੇ ਕਿਤੇ ਦਾ ਕਿਤੇ ਲੈ ਜਾਂਦੀ ਹੈ। ਹਾਂਜੀ, ਗੁਲਕਾ ਗਨ ਬਰੂਦ ਵਰਤਾਵੋ। ਸੁਧ ਕੋ ਰਖੋ ਜਸੂਸ ਪਠਾਵੋ। ਜਸੂਸ ਭੇਜੋ ਆਪਣੇ, ਮਹਾਰਾਜ ਕਹਿੰਦੇ ਉਹ ਖਬਰ ਰੱਖਣ। ਸਰਬ ਪ੍ਰਕਾਰ ਧਾਰ ਤਕਰਾਈ। ਬਾਕੀ ਤਕੜਾਈ ਰੱਖੋ। ਆਵੇ ਰਣ ਕਰ ਹੈ ਅਗਵਾਈ। ਜੇ ਆਵੇ ਤੇ ਜੰਗ ਕਰ ਲਵਾਂਗੇ। ਇਸ ਵਿਦ ਕਥਾ ਆਨੰਦਪੁਰ ਕੇਰੀ। ਇਸ ਤਰੀਕੇ ਨਾਲ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਕੌਤਕ ਕਰਦੇ ਹਨ। ਦ੍ਰਿੜਤਾ ਕਰੇ ਦੀਵਾਨ ਵਡੇਰੀ। ਨੰਦ ਚੰਦ ਨੇ ਸਖਤਾਈ ਕਰ ਲਈ, ਤਕੜਾਈ ਕਰ ਲਈ। ਚਮੂ ਬਰਿੰਦ ਕੋ ਰੱਖ ਬਟੋਰੀ। ਫੌਜਾਂ ਤਿਆਰ ਬਰ ਤਿਆਰ ਕਰ ਲਈਆਂ। ਵਿਚਰਤ ਹੈ ਅਰੂੜ ਚਹੁ ਔਰੀ। ਤੇ ਘੋੜੇ ਸਵਾਰ ਚਾਰੇ ਪਾਸੇ ਤੁਰੇ ਫਿਰਦੇ ਆ, ਖਬਰਸਾਰ ਲੈਂਦੇ ਹਨ। ਉਧਰ ਹੁਸੈਨ ਖਾਨ ਕਿਵੇਂ ਆਉਂਦਾ, ਉਹਦਾ ਕੀ ਬਣਦਾ, ਉਹ ਸਾਧ ਸੰਗਤ ਜੀ ਕੱਲ ਦੇ ਦੀਵਾਨਾਂ ਵਿੱਚ ਸੁਣਾਂਗੇ। ਵੈਸੇ ਮਹਾਰਾਜ ਨੇ ਬਚਨ ਕਰਤਾ ਵੀ ਪਹੁੰਚਣਾ ਹੀ ਨਹੀਂ ਤੇ ਜੰਗ ਕਾਹਦੀ ਕਰਨੀ ਹੈ। ਕਹਿੰਦੇ ਅਕਾਲ ਪੁਰਖ ਸਾਡੀ ਰੱਖਿਆ ਕਰਦਾ ਹੈ। ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨੈ। ਸੋ ਅੱਗੋਂ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਗੱਜ ਕੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।